7,76,000 रुपए ਨੂੰ ਪੈਲੀ ਠੇਕੇ ਤੇ ਲੈ ਕੇ खेती ਕੀਤੀ ਹੈ, ਉਹਦੇ ਪੱਲਿਓਂ ਜਾਣੇ ਆ। ਜਿਵੇਂ ਪੰਜਾਬ ਚੋਂ ਗਿਰਜਾਂ ਅਲੋਪ ਹੋਈਆਂ, ਜਿਨ੍ਹਾਂ ਨੂੰ ਗਿੱਧਾਂ ਕਹਿ ਦਿੰਦੇ ਆ, ਉਵੇਂ ਹੀ ਪੰਜਾਬੀ ਅਲੋਪ ਹੋ ਜਾਣਗੇ ਤੇ ਤੁਸੀਂ ਵਧਾਈ ਚੱਲੋ ਠੇਕੇ ਤੇ ਪਾਈ ਚੱਲੋ ਜ਼ਹਿਰਾਂ। ਜਿੰਨੇ ਦੀ ਫਸਲ ਹੋਣੀ ਸੀ ਉਹਨੇ ਉਹ ਖਰਚ ਕਰੀ ਬੈਠਾ ਤੇ ਬਚਿਆ ਕੀ? ਬਾਬਾ ਜੀ ਕਾ ਠੁੱਲੂ। ਉਹ DAP ਵੱਧ ਪਾਊਗਾ, ਉਹ ਯੂਰੀਆ ਵੱਧ ਪਾਊਗਾ, ਉਹ ਜੋ ਕੁਝ ਉਹਨੂੰ ਲੱਗਦਾ ਉਹ ਵਧਾ ਕੇ ਪਾਊਗਾ, ਕਿਉਂਕਿ ਹੁਣ ਉਹਦਾ ਧਿਆਨ ਸਿਰਫ ਉਹ ਪੈਸੇ ਪੂਰੇ ਕਰਨ ਤੇ ਆ। ਅੱਜ ਜਿਵੇਂ ਟਾਵੇਂ ਜੋੜਿਆਂ ਦੇ ਬੱਚੇ ਨਹੀਂ ਹੋ ਰਹੇ, 40 ਵਰਿਆਂ ਬਾਅਦ ਟਾਵਿਆਂ ਦੇ ਹੋਇਆ ਕਰਨਗੇ ਤੇ ਬਾਕੀ ਸਾਰੇ ਰੋਇਆ ਕਰਨਗੇ। ਜੇ ਸਾਡੇ ਅੰਦਰ ਸਬਰ ਹੋਵੇ, ਸੰਤੋਖ ਹੋਵੇ, ਸਾਡੇ ਅੰਦਰ ਦਇਆ ਹੋਵੇ ਤਾਂ ਅਸੀਂ ਕਿਉਂ ਅੜਫਾਸ ਦੇ ਵਿੱਚ ਇੱਕ ਦੂਜੇ ਦਾ ਨੁਕਸਾਨ ਕਰੀਏ। ਜਿਹੜੇ ਕਿਸਾਨ ਠੇਕੇ ਤੇ ਜ਼ਮੀਨ ਲੈਂਦੇ ਆ ਉਹ ਲੂਣ ਵੀ ਪਾਉਂਦੇ ਆ, ਅੱਛਾ ਜੀ, ਝਾੜ ਵਧਾਉਣ ਵਾਸਤੇ, ਠੀਕ ਹੈ। ਗੱਟਿਆਂ ਦੇ ਗੱਟੇ ਨਮਕ ਖੋਲ ਦਿੰਦੇ ਆ। ਜਿੰਨੀ ਜ਼ਿਆਦਾ ਬਚਤ ਕਰ ਸਕਦਾ ਉਨੀ ਹੀ ਜ਼ਿਆਦਾ ਉਹਦੀ ਕਮਾਈ ਹੋਏਗੀ। ਉਂਝ ਖੇਤੀ 'ਚ ਕੱਢਣ ਪਾਉਣ ਨੂੰ ਕੱਖ ਨਹੀਂ। सत श्री अकाल। RMB ਟੈਲੀਵਿਜ਼ਨ देख रहे हो तुसी, मैं हाँ जस गरेवाल। किसान की कमाई नूं सच्ची सुच्ची कमाई आख्या जाता है कि किसान जिहड़ा आ मिट्टी दे नाल मिट्टी हो के 4 पैसे बनाउंदा आ। ते जदों किसानी की गल आउंदी है, किसानां दी गल आउंदी है तां कह भी जांदा कि यार किसान वड्डे वड्डे ट्रैक्टर ले लैंदे आ, वड्डे वड्डे जिहड़े हैगे संद संदेड़े ले लैंदे आ वाही करन दे लई। ते किसान सच्ची सुच्ची कमाई करदा, किरत करदा आ। जेकर लोगों का ढिड भरदा आ, दुनिया का ढिड भरदा आ, तो फिर किते ना किते उहदा भी ढिड जरूर भरना चाहिए। पर जदों ये गल्लां आउंदियां ने तो उदों बहुत लोग आख दिंदे आ कि यार किसान जिहड़े आ वो अपनी पैर ते उपर आप ही कुल्हाड़ी मार रहे आ। क्यों कि अपने खर्चों दे विच वाधा कर रहे आ, जिहड़े खर्चे हुंदे उहनां दे विच वाधा कर रहे आ। मौजूदा समय की जेकर गल करिए, अज दे विषे की जेकर गल करिए तो अज का विषा रहन वाला कि किसान जिहड़ियां ज़मीनां ने वो ठेकिਆਂ ਦੇ ਉੱਪਰ ਲੈਂਦੇ ਨੇ ਤੇ ਠੇਕਿਆਂ ਦੇ ਉੱਪਰ ਲੈਣ ਦਾ ਭਾਗ ਆ ਜਿਹੜਾ ਇਹ ਆਏ ਸਾਲ ਵੱਧਦਾ ਜਾਂਦਾ ਆ। ਆਏ ਸਾਲ ਜਿਹੜਾ ਇਹ ਵੱਧਦਾ ਜਾਂਦਾ ਆ। ਖਰਚੇ ਜੇਕਰ ਕਿਸਾਨ ਦੀ ਪੈਲੀ ਦੇ ਉੱਪਰ ਵੱਧਦੇ ਆ ਤਾਂ ਫਿਰ ਜਿਹੜੇ ਜਿਸ ਤਰ੍ਹਾਂ ਦੇ ਨਾਲ ਆਮਦਨ ਆਖਦੇ ਆ ਕਿ ਆਮਦਨ ਘਟ ਜਾਂਦੀ ਹੈ, ਖਰਚੇ ਵੱਧਦੇ ਆ। ਤੇ ਜਿਹੜਾ ਠੇਕਿਆਂ ਤੇ ਲੈਣ ਦਾ ਜਿਹੜਾ ਹੈਗਾ ਖਰਚਾ ਆ ਉਹ ਵੀ ਵੱਧ ਜਾਂਦਾ ਆ। ਠੇਕਿਆਂ ਤੇ ਵੀ ਵੱਧ ਚੜ ਕੇ ਪੈਲੀਆਂ ਜਿਹੜੀਆਂ ਨੇ ਲਈਆਂ ਜਾਂਦੀਆਂ ਨੇ। ਤੇ ਕੱਲ ਦੀ ਇੱਕ ਰਿਪੋਰਟ ਸਾਡੇ ਕੋਲ ਆਈ ਹੈ, ਇੱਕ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਆ, ਉਸ ਦੇ ਵਿੱਚ 76,000 ਨੂੰ ਇੱਕ ਕਿੱਲਾ ਜਿਹੜਾ ਆ ਠੇਕੇ ਤੇ ਪੈਲੀ ਲੱਗੀ ਹੈ ਕਿੱਲੇ ਦੇ ਹਿਸਾਬ ਦੇ ਨਾਲ 76,000। ਤਾਂ ਅਸੀਂ ਖੁਦ ਸੁਣ ਕੇ ਹੈਰਾਨ ਹੋ ਗਏ ਕਿ ਯਾਰ 50,000 ਸੁਣਿਆ ਸੀ, 52 ਸੁਣਿਆ ਸੀ, 55 ਸੁਣਿਆ ਸੀ, 60 ਸੁਣਿਆ ਸੀ। 60 ਤੱਕ ਸੁਣ ਕੇ ਵੀ ਬੰਦੇ ਨੂੰ ਹੈਰਾਨੀ ਹੁੰਦੀ ਸੀ ਕਿ ਯਾਰ ਇੰਨੀ ਮਹਿੰਗੀ ਪੈਲੀ ਲੈ ਕੇ ਕਿਸਾਨ ਵਟੂਗਾ ਕੀ, ਕਿਸਾਨ ਕਮਾਊਗਾ ਕੀ, ਕਿਸਾਨ ਆਪਦੇ ਜਵਾਕਾਂ ਨੂੰ ਕਿਵੇਂ ਪੜ੍ਹਾਊ ਲਿਖਾਊਗਾ। ਤਾਂ ਮੈਂ ਸੋਚਿਆ ਇਸ ਦੇ ਬਾਰੇ ਜਿਹੜੀ ਆ ਖੇਤੀਬਾੜੀ ਮਾਹਿਰਾਂ ਦੇ ਨਾਲ ਜਿਹੜੀ ਆ ਗੱਲਬਾਤ ਜ਼ਰੂਰ ਕੀਤੀ ਜਾਵੇ। ਤੇ ਮੇਰੇ ਨਾਲ ਬਾਈ ਗੁਰਪ੍ਰੀਤ ਸਿੰਘ ਦਬੜੀ ਖਾਨਾ ਹੋਣਗੇ। ਮੈਂ ਬਾਈ ਜੀ ਨੂੰ ਆਖਿਆ ਕਿ ਬਾਈ ਜੀ ਇਸ ਦੇ ਬਾਰੇ ਗੱਲਬਾਤ ਜ਼ਰੂਰ ਕਰਿਓ, ਸਾਡੇ ਸਰੋਤੇ ਨੂੰ ਇੰਨੀ ਕੁ ਗੱਲ ਦੱਸ ਦਿਓ ਕਿ ਸਾਡੇ ਕਿਸਾਨਾਂ ਨੂੰ ਬਚੂਗਾ ਕੀ। ਕਿਉਂਕਿ ਜਾਂ ਤਾਂ ਉਹ ਕਿਸਾਨਾਂ ਨੂੰ ਪਤਾ ਹੋ ਸਕਦਾ ਕੀ ਬਚੂਗਾ ਜਾਂ ਫਿਰ ਖੇਤੀਬਾੜੀ ਮਾਹਿਰਾਂ ਨੂੰ ਪਤਾ ਹੋ ਸਕਦਾ ਜਿਹੜੇ ਸਾਰਾ ਦਿਨ ਉਹਨਾਂ ਕਿਸਾਨਾਂ ਦੇ ਵਿੱਚ ਰਹਿੰਦੇ ਆ ਕਿ ਭਾਈ ਕਿੰਨੀ ਕੁ ਬਚਤ ਹੁੰਦੀ ਆ। ਅਸੀਂ ਵੀ ਬਾਈ ਜੀ ਨੂੰ ਤਾਂ ਹੀ ਸੋਚਿਆ ਕਿ ਪੁੱਛ ਕੇ ਜ਼ਰੂਰ ਦੇਖੀਏ। ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦਬੜੀ ਖਾਨਾ ਸਾਹਿਬ, ਜਿਵੇਂ ਮੈਂ ਤੁਹਾਨੂੰ ਕੱਲ ਫੋਨ ਦੇ ਉੱਪਰ ਵੀ ਦੱਸਿਆ ਸੀ ਕਿ ਬਚਤ ਜਿਹੜੀ ਹੈਗੀ ਆ ਖਾਸ ਗੱਲ ਆ। ਜਦੋਂ ਵੀ ਅਸੀਂ ਕੋਈ ਚੀਜ਼ ਕਰਦੇ ਹਾਂ, ਚਾਹੇ ਕੋਈ ਆਪਣਾ ਬਿਜ਼ਨਸ ਕਰਦੇ ਹਾਂ, ਚਾਹੇ ਕਿਤੇ ਨੌਕਰੀ ਕਰਦੇ ਹਾਂ, ਅਸੀਂ ਬਚਤ ਦੇਖ ਕੇ ਚੱਲਦੇ ਹਾਂ ਕਿ ਯਾਰ ਜੇ ਮੈਂ ਆਹ ਚੀਜ਼ ਕਰੂੰਗਾ ਤਾਂ ਮੈਨੂੰ ਇੰਨੀ ਕੁ ਬਚਤ ਆ, ਜਾਂ ਮੇਰੀ ਨੌਕਰੀ ਦੇ ਵਿੱਚੋਂ ਮੈਨੂੰ ਇੰਨੀ ਕੁ ਬਚਤ ਹੋ ਜਾਂਦੀ ਆ। ਹੁਣ 76,000 ਨੂੰ ਇੱਕ ਪੈਲੀ ਜਿਹੜੀ ਆ ਠੇਕੇ 'ਤੇ ਲਈ ਜਾਂਦੀ ਹੈ ਇੱਕ ਕਿੱਲੇ ਦੇ ਹਿਸਾਬ ਦੇ ਨਾਲ। ਤਾਂ ਮੈਨੂੰ ਤੁਸੀਂ ਦੱਸਿਓ ਕਿ ਬਚਤ ਕਿਸਾਨ ਨੂੰ ਕਿੰਨੀ ਕੁ ਹੁੰਦੀ ਹੈ ਜਿਹੜੀਆਂ ਇੰਨੀਆਂ ਮਹਿੰਗੀਆਂ ਜਿਹੜੀਆਂ ਪੈਲੀਆਂ ਠੇਕੇ 'ਤੇ ਲਈਆਂ ਜਾਂਦੀਆਂ ਨੇ। ਦੇਖੋ, ਮੇਰਾ ਮੰਨਣਾ ਤੁਸੀਂ ਕੋਈ ਵੀ ਕਿੱਤਾ ਕਰਦੇ ਹੋ ਉਹਦੇ ਵਿੱਚ ਜਿਹੜੀ ਤੁਹਾਡੀ ਬਚਤ ਆ ਉਹੀ ਕਮਾਈ ਆ ਜੀ। ਤਾਂ ਬਚਤ ਨੂੰ ਹੀ ਅਸਲ ਦੇ ਵਿੱਚ ਕਮਾਈ ਆਖਿਆ ਜਾਂਦਾ। ਕਿਸਾਨ ਦਾ ਕਿੱਤਾ ਖੇਤੀ ਆ, ਤਾਂ ਖੇਤੀ ਕਰਦੇ ਹੋਏ ਉਹ ਜਿੰਨੀ ਜ਼ਿਆਦਾ ਬਚਤ ਕਰ ਸਕਦਾ ਉਨੀ ਹੀ ਜ਼ਿਆਦਾ ਉਹਦੀ ਕਮਾਈ ਹੋਏਗੀ। ਉਂਝ ਖੇਤੀ 'ਚ ਕੱਢਣ ਪਾਉਣ ਨੂੰ ਕੱਖ ਨਹੀਂ। ਹੁਣ ਰਹੀ ਗੱਲ 76,000 ਰੁਪਏ ਠੇਕੇ ਤੇ ਲੈ ਕੇ खेती करना, ये किसी भी पक्षों
ਸਿਆਣਪ ਵਾਲੀ ਗੱਲ ਨਹੀਂ ਹੈਗੀ। ਜਿਆਦੇ ਵਧੀਆ ਸ਼ਬਦ ਹੈ, ਇਹ ਮੂਰਖਤਾਪੂਰਨ ਕੰਮ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਪ੍ਰਤੀ ਏਕੜ ਸਾਲਾਨਾ ਜਿਹੜੀ ਫਸਲ ਹੁੰਦੀ ਹੈ ਉਹ ਹੁੰਦੀ ਹੈ 1,05,000 ਰੁਪਏ ਦੇ ਆਸੇ-ਪਾਸੇ। ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਕਣਕ ਝੋਨੇ ਦਾ ਫਸਲੀ ਚੱਕਰ ਆ ਤੇ ਝਾੜ ਜਿਹੜਾ ਹੈਗਾ ਉਹ ਚੰਗਾ ਚੋਖਾ 150 ਮਣ ਦੇ ਆਸੇ-ਪਾਸੇ ਆ ਜਾਂਦਾ ਦੋਹਾਂ ਫਸਲਾਂ ਦਾ। ਠੀਕ ਹੈ, ਤਾਂ 1,05,000 ਰੁਪਇਆ ਵੱਧ ਤੋਂ ਵੱਧ ਮੇਰਾ ਜਿਹੜਾ ਹੈਗਾ ਐਸਟੀਮੇਟ ਹੈ। ਮੋਟਾ ਵਧਾ ਘਟਾ ਸਕਦੇ ਆ 5-10,000 5,000 ਇੱਧਰ ਉੱਧਰ ਹੋ ਜਾਊਗਾ। 1,10,000 ਹੋ ਜੂ ਜਾਂ 1,00,000 ਤੇ ਰਹਿ ਜੂ। ਠੀਕ ਹੈ, ਤਾਂ 1,05,000 ਰੁਪਏ ਦੀ ਕੁੱਲ ਫਸਲ ਹੋਈ ਇੱਕ ਸਾਲ ਦੇ ਵਿੱਚ। ਤਾਂ ਉਹਦੇ ਉੱਤੇ ਤੁਸੀਂ ਜਿਹੜਾ ਠੇਕਾ ਭਰਿਆ, ਆਮ ਜਿਹੜਾ ਨਾਰਮਲ ਠੇਕਾ ਚੱਲਦਾ ਪਿਆ 62-64,000 ਰੁਪਇਆ ਚੱਲਦਾ ਪਿਆ ਆਪਣੇ ਏਰੀਏ 'ਚ, ਖਾਸ ਕਰਕੇ ਮਾਲਵੇ ਦੇ ਵਿੱਚ ਜਿੱਥੇ ਝੋਨੇ ਤੇ ਕਣਕ ਦਾ ਫਸਲੀ ਚੱਕਰ ਹੈ। ਤਾਂ ਤੁਸੀਂ 64,000 ਰੁਪਇਆ ਤਾਂ ਜ਼ਮੀਨ ਦਾ ਕਿਰਾਇਆ ਦਿੱਤਾ, ਠੇਕਾ ਤਾਰਤਾ। ਉਦੋਂ ਬਾਅਦ ਪੂਰੀ ਫਸਲ ਦੇ ਉੱਤੇ, ਦੋਹਾਂ ਫਸਲਾਂ ਦੇ ਉੱਤੇ ਤੁਹਾਡਾ 25,000 ਰੁਪਇਆ ਘੱਟੋ ਘੱਟ ਪਾਲਣ ਪੋਸ਼ਣ ਤੇ ਖਰਚ ਆ ਰਿਹਾ। ਇਹ ਕਿੰਨੇ ਬਣ ਗਏ ਬਈ? 99,000। ਬਿਲਕੁਲ ਠੀਕ ਹੈ, ਤੇ ਤੁਹਾਨੂੰ ਵੱਟੇ ਕਿੰਨੇ ਗਏ? 1,05,000। ਠੀਕ ਹੈ, ਤਾਂ ਥੋੜਾ ਬਹੁਤਾ ਜੇ ਇੱਧਰ ਉੱਧਰ ਵੀ ਹੋ ਜਾਈਏ, ਤੇ ਮੈਂ ਲਗਾਤਾਰ ਕਿਸਾਨਾਂ 'ਚ ਰਹਿਣਾ ਜਿਹੜੇ ਠੇਕੇ ਤੇ ਲੈ ਕੇ ਖੇਤੀ ਵੀ ਕਰਦੇ ਆ, ਤਾਂ ਉਹ ਕਹਿੰਦੇ ਆ ਵੀ ਇਹ 7 ਤੋਂ 10,000 ਰੁਪਏ ਦੀ ਗੇਮ ਹੈ ਪ੍ਰਤੀ ਏਕੜ। ਤੇ ਠੇਕੇ ਤੇ ਲੈ ਕੇ ਜਿਹੜੀ ਖੇਤੀ ਕਰਨੀ ਆ, ਘੱਟੋ ਘੱਟ 10 ਏਕੜ ਲੈ ਕੇ ਕਰੋਗੇ ਫਿਰ ਤੁਹਾਨੂੰ 12 ਖਾਂਦਾ। ਬਿਲਕੁਲ 10 ਏਕੜ ਤੁਸੀਂ ਠੇਕੇ ਤੇ ਲੈ ਕੇ ਪਹਿਲੀ ਖੇਤੀ ਕੀਤੀ, ਤੇ ਜੇ ਪ੍ਰਮਾਤਮਾ ਦੀ ਕਿਰਪਾ ਰਹੀ, ਸਾਰਾ ਕੁਝ ਠੀਕ ਠਾਕ ਰਿਹਾ, ਤਾਂ ਤੁਹਾਨੂੰ ਜਿਹੜਾ ਹੈਗਾ ਵੱਧ ਤੋਂ ਵੱਧ 10,000 ਰੁਪਏ ਪ੍ਰਤੀ ਏਕੜ ਆਮਦਨ ਹੋਣੀ ਹੈ, ਬਚਤ ਹੋਣੀ ਹੈ। ਠੀਕ ਹੈ, ਖਰਚਾ ਕੱਢ ਕੇ। ਤਾਂ ਜੇ ਤੁਸੀਂ 10 ਕਿੱਲੇ ਲਏ ਤਾਂ ਤੁਹਾਨੂੰ 1,00,000 ਰੁਪਇਆ ਬਚਿਆ। ਬਿਲਕੁਲ ਠੀਕ ਹੈ, ਤੇ 10 ਕਿੱਲਿਆਂ ਦਾ ਠੇਕਾ ਕਿੰਨਾ? 10 ਨੂੰ ਹੁਣ 64 ਨਾਲ ਗੁਣਾ ਕਰੋ, 6,40,000 ਦੀ ਇਨਵੈਸਟਮੈਂਟ ਕਰਕੇ ਤੇ ਅਸੀਂ ਕਿੰਨੇ ਪੈਸਿਆਂ ਲਈ ਕੰਮ ਕਰਦੇ ਪਏ ਆ? ਤਰਲਾ ਮਾਰਦੇ ਪਏ ਆ 1,00,000 ਲਈ। ਤੇ ਉਹ 1,00,000 ਵੀ ਜੇ ਕੁਦਰਤੀ ਕਰੋਪੀ ਨਹੀਂ ਹੁੰਦੀ, ਕੋਈ ਮੌਸਮ ਦਾ ਮਿਜਾਜ ਠੀਕ ਰਹਿੰਦਾ, ਤਾਂ ਤੁਹਾਡੇ ਪੱਲੇ ਪਊਗਾ। ਹੁਣ ਜਿਹੜੇ ਨੇ 76,000 ਰੁਪਏ ਨੂੰ ਪੈਲੀ ਠੇਕੇ ਤੇ ਲੈ ਕੇ ਖੇਤੀ ਕੀਤੀ ਹੈ, ਉਹਦੇ ਪੱਲਿਓਂ ਜਾਣੇ ਆ। ਅੱਛਾ ਜੀ, 76,000 ਤਾਂ ਹੋ ਗਿਆ ਠੇਕਾ, ਤੇ 25-30,000 ਰੁਪਇਆ ਹੋ ਗਿਆ ਖਰਚਾ। ਲੱਖ ਪੂਰਾ ਹੋ ਗਿਆ ਹੈ, ਲੱਖ ਤੋਂ ਵੱਧ ਹੀ ਬਣ ਗਿਆ ਹੈ, ਲੱਖ ਤੋਂ ਟੱਪ ਗਿਆ ਉਹ 1,10,000 ਦੇ ਆਸੇ ਪਾਸੇ ਪਹੁੰਚ ਗਿਆ। ਠੀਕ ਹੈ, ਤਾਂ 75 ਤੇ 25 ਕਿੰਨੇ ਹੋ ਗਏ? ਪੂਰਾ ਲੱਖ। ਤੇ ਉਹਨੇ 76,000 ਨੂੰ ਕੀਤਾ, ਤਾਂ 1,15,000 ਰੁਪਇਆ ਉਹਦਾ ਮੋਟੇ ਤੌਰ ਤੇ ਖਰਚਾ। ਜੇ ਉਹਨੇ ਖਰਚ ਕਰ ਲਿਆ, ਉਹ ਵੀ ਤਾਂ ਜੇ ਉਹਦਾ ਦੋਹਾਂ ਫਸਲਾਂ ਤੇ ਖਰਚਾ 25,000 ਰੁਪਏ ਆਉਂਦਾ। ਹੁਣ ਜਿਹੜਾ 76,000 ਰੁਪਏ ਨੂੰ ਠੇਕੇ ਤੇ ਜ਼ਮੀਨ ਲਊਗਾ, ਉਹ 25,000 ਰੁਪਏ ਨਾਲ ਦੋ ਫਸਲਾਂ ਨਹੀਂ ਕਰੂਗਾ, ਕਿਉਂਕਿ ਉਹਨੂੰ ਆਏ ਹੋਊਗਾ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਪੈਸੇ ਪੂਰੇ ਕਰਾਂ। ਤਾਂ ਉਹ ਸਮਾਨਾ ਵੱਧ ਸੁੱਟੂਗਾ ਉਹਦੇ 'ਚ, ਉਹ DAP ਵੱਧ ਪਾਊਗਾ, ਉਹ ਯੂਰੀਆ ਵੱਧ ਪਾਊਗਾ, ਉਹ ਜੋ ਕੁਝ ਉਹਨੂੰ ਲੱਗਦਾ ਉਹ ਵਧਾ ਕੇ ਪਾਊਗਾ, ਕਿਉਂਕਿ ਹੁਣ ਉਹਦਾ ਧਿਆਨ ਸਿਰਫ ਉਹ ਪੈਸੇ ਪੂਰੇ ਕਰਨ ਤੇ ਆ। ਠੀਕ ਹੈ, ਉਹ ਜਿਹੜੀ ਫੁਕਰਪੰਥੀ ਕਰ ਲਈ ਆੜਫਾਸ ਦੇ ਵਿੱਚ 76,000 ਤਾਂ ਕਰ ਲਿਆ, ਪਰ ਉਹ ਤਾਂ 1 ਮਿੰਟ 10 ਮਿੰਟ 1 ਘੰਟੇ ਦੀ ਗੇਮ ਆ ਨਾ। ਉਦੋਂ ਬਾਅਦ ਉਹ ਸਿਰ ਤੇ ਬਹਿ ਗਿਆ 76,000। ਤਾਂ ਹੁਣ ਉਹ ਜਿਹੜਾ ਬੋਝ ਆ ਉਹ ਟਿਕਣ ਨਹੀਂ ਦਿੰਦਾ। ਉਹ ਕਹੂਗਾ ਕਣਕ ਪੂਰੀ ਕੱਢ, ਝੋਨਾ ਵਧਾ ਕੇ ਕੱਢ, ਤੇ ਉਹ ਵਧਾ ਕੇ ਕੱਢਣ ਦੇ ਵਾਸਤੇ ਫਿਰ ਉਹ ਖਰਚੇ ਵਧਾਊਗਾ, ਤਾਂ ਉਹਦਾ ਖਰਚਾ ਵੀ 30,000 ਤੋਂ ਟੱਪੂਗਾ। ਤਾਂ ਜਿਹੜੀ ਜਿੰਨੇ ਦੀ ਫਸਲ ਹੋਣੀ ਸੀ ਉਹਨੇ ਉਹ ਖਰਚ ਕਰੀ ਬੈਠਾ, ਤੇ ਬਚਿਆ ਕੀ? ਬਾਬਾ ਜੀ ਕਾ ਠੁੱਲੂ। ਠੀਕ ਹੈ, ਤੇ ਫਿਰ ਅਜਿਹੇ ਵਿੱਚ ਆਪਾਂ ਕਹੀਏ ਕਿ ਵੀ ਜੋ ਕੁਝ ਹੁੰਦਾ ਪਿਆ ਉਹਦੇ ਲਈ ਇਕੱਲੀ ਸਰਕਾਰ ਹੀ ਜ਼ਿੰਮੇਦਾਰ ਹੈ, ਤਾਂ ਇਹ ਗਲਤ ਗੱਲ ਹੀ ਹੋਏਗੀ ਨਾ। ਅਸੀਂ ਆਪ ਵੀ ਬਰਾਬਰ ਦੇ ਜ਼ਿੰਮੇਦਾਰ ਆ। ਤਾੜੀ ਜਿਹੜੀ ਹੈਗੀ ਆ ਹਮੇਸ਼ਾ ਦੋਹੇ ਹੱਥਾਂ ਨਾਲ ਵੱਜਦੀ ਆ। ਠੀਕ ਹੈ, ਤੇ ਜੇ ਅਸੀਂ ਆਪ ਦਾ ਹੱਥ ਅੱਗੇ ਵਧਾਉਣੇ ਆ ਤੇ ਤਾਂ ਹੀ ਤਾੜੀ ਵੱਜਦੀ ਆ।
ਤੇ ਤੁਸੀਂ ਅੜਫਸ ਦੀ ਗੱਲ ਕਰੀਏ, ਇਹ ਗੱਲ ਵੈਸੇ ਸਹੀ ਆ। ਹੁਣ ਮੈਂ ਕਿਉਂਕਿ ਮੈਂ ਉਸ ਪਿੰਡ ਦੀ ਪੂਰੀ ਰਿਪੋਰਟ ਜਦੋਂ ਪਤਾ ਕਰੀ ਕਿ ਆਸ-ਪਾਸ ਤੋਂ ਕਿ ਯਾਰ ਗੱਲ ਕੀ ਆ, ਮਤਲਬ 7,76,000 ਨੂੰ ਇਹ ਬਾਣ ਠੇਕੇ ਤੇ ਲੱਗਿਆ ਕਿਵੇਂ, ਤਾਂ ਪਤਾ ਲੱਗਿਆ ਭਾਈ ਜਿਨ੍ਹਾਂ ਨੇ 7,76,000 ਨੂੰ ਬਾਣ ਠੇਕੇ ਤੇ ਜਿਹੜਾ ਲਿਆਗਾ ਉਹਨਾਂ ਦੇ ਜਿਹੜੇ ਸ਼ਰੀਕ ਆ ਉਹਨਾਂ ਨੇ 7,74,000 ਨੂੰ ਲਿਆ। ਤਾਂ ਸੋਚਿਆ ਉਹੀ ਅੜਫਸ ਦੇ ਵਿੱਚ ਫਿਰ ਅਸੀਂ 2,000 ਜਿਹੜਾ ਹੈ ਵੱਧ ਕੇ ਲੈ ਲਿਆ। ਨਹੀਂ, ਇਹ ਜਿਹੜੀ ਪੰਜਾਬ ਦੀ ਇਹ ਇੱਕ ਪੰਜਾਬ ਦੀ ਨਾ ਇੱਕ ਬਹੁਤ ਭੈੜੀ ਖਾਸੀਅਤ ਆ ਇਹ, ਕਿ ਇੱਕ ਦੂਜੇ ਤੋਂ ਵੱਧ ਕੇ ਦਿਖਾਵਾ ਕਰਨਾ, ਅੜਫਸ ਦੇ ਵਿੱਚ ਇੱਕ ਦੂਜੇ ਤੋਂ ਵੱਧ ਕੇ ਚੀਜ਼ਾਂ ਖੜੀਆਂ ਕਰਨੀਆਂ, ਇਹ ਪੰਜਾਬੀਆਂ ਦੀ ਬਹੁਤ ਭੈੜੀ ਆਦਤ ਆ। ਜਿਵੇਂ ਪਿੰਡਾਂ ਦੇ ਵਿੱਚ ਮੈਂ ਘਰ ਪਾ ਲਿਆ ਤਾਂ ਮੇਰੇ ਗਵਾਂਢੀ ਨੇ ਜਿੰਨਾ ਮੈਂ ਪਾਇਆ ਉਦੋਂ ਅੱਧਾ 1 ਫੁੱਟ ਉੱਚਾ ਪਾਉਣਾ, ਭਾਵੇਂ 2 ਇੱਟਾਂ ਵੱਧ ਲਾਵੇ। ਹਾਂ, ਭਾਵੇਂ 2 ਇੱਟਾਂ ਵੱਧ ਲਾਵੇ। ਉਹ ਆ ਜਿਹੜਾ ਚੱਕਰ ਆ, ਇਹ ਹੋਛੀ ਮਾਨਸਿਕਤਾ, ਇਹਦੇ ਨਾਲ ਨੁਕਸਾਨ ਤੁਹਾਡਾ ਦੋਵਾਂ ਦਾ ਹੋ ਗਿਆ ਤੇ ਫਾਇਦਾ ਕਿਸੇ ਤੀਜੇ ਦਾ। ਠੀਕ ਹੈ, ਉਹ ਤੀਜਾ ਬਾਜ਼ਾਰ 'ਚ ਬੈਠਾ, ਠੀਕ ਹੈ, ਜਾਂ ਤੁਹਾਡੇ ਵਿਚਾਲੇ ਬੈਠਾ, ਤੁਹਾਡੇ ਪਿੰਡ ਦਾ ਹੀ ਕੋਈ ਬੰਦਾ। ਤੁਹਾਡੀ 2 ਬਿੱਲੀਆਂ ਵਾਲੀ ਗੱਲ ਹੈ, ਠੀਕ ਹੈ, ਤੁਸੀਂ ਇੱਕ ਰੋਟੀ ਵੰਡ ਕੇ ਨਹੀਂ ਖਾ ਸਕਦੀਆਂ, ਪਰ ਸਾਰੀ ਬਾਂਦਰ ਨੂੰ ਖਵਾ ਸਕਦੀਆਂ। ਤੇ ਇਹ ਜਿਹੜਾ ਤੀਜਾ ਬਾਂਦਰ ਆ, ਫਾਇਦਾ ਉਹਦਾ ਹੋ ਰਿਹਾ। ਤਾਂ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਸਾਨੂੰ। ਇਸੇ ਕਰਕੇ ਜਦੋਂ ਅਸੀਂ ਗੁਰੂ ਫਲਸਫੇ ਦੇ ਨਾਲ ਜੁੜੇ ਹੋਏ ਲੋਕ ਆ, ਗੁਰੂ ਫਲਸਫੇ ਵਾਲੇ ਲੋਕ ਆ, ਜੁੜੇ ਹੋਏ ਨਹੀਂ ਹੈਗੇ ਅਸਲ ਦੇ ਵਿੱਚ, ਤਾਂ ਗੁਰੂ ਫਲਸਫਾ ਸਾਨੂੰ ਇਹੀ ਤਾਂ ਕਹਿੰਦਾ, ਸਬਰ, ਸੰਤੋਖ, ਦਇਆ, ਇਹਦੇ ਧਾਰਨੀ ਬਣੋ। ਜੇ ਸਾਡੇ ਅੰਦਰ ਸਬਰ ਹੋਵੇ, ਸੰਤੋਖ ਹੋਵੇ, ਸਾਡੇ ਅੰਦਰ ਦਇਆ ਹੋਵੇ, ਤਾਂ ਅਸੀਂ ਕਿਉਂ ਅੜਫਾਸ ਦੇ ਵਿੱਚ ਇੱਕ ਦੂਜੇ ਦਾ ਨੁਕਸਾਨ ਕਰੀਏ। ਅਸੀਂ ਸਬਰ ਵਾਲੇ ਹੋਵਾਂਗੇ ਤਾਂ ਕਹਾਂਗੇ ਭਾਈ ਚੱਲ ਠੀਕ ਹੈ, ਤੂੰ ਲੈ ਲਾ ਭਾਈ, ਮੈਂ ਤਾਂ ਹਟ ਗਿਆ ਪਿੱਛੇ। ਹੁਣ ਗੱਲ ਇਹ ਕਿ ਸਬਰ, ਸੰਤੋਖ ਤੇ ਦਇਆ ਦੀ, ਉਹ ਤਾਂ ਬਚੀ ਨਹੀਂ। ਠੀਕ ਹੈ, ਤੇ ਅਗਲੀ ਚੀਜ਼ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਵੀ ਮਨ ਨੀਵਾਂ ਤੇ ਮੱਤ ਉੱਚੀ। ਇਹ ਚੀਜ਼ ਹੋਣੀ ਚਾਹੀਦੀ ਹੈ ਇੱਕ ਇਨਸਾਨ ਦੀ ਖਾਸੀਅਤ। ਠੀਕ ਹੈ, ਹੁਣ ਮਨ ਦਾ ਜਿਹੜੀ ਮੱਤ ਆ ਉਹਦਾ ਸਥਾਨ ਖੋਪੜੀ 'ਚ, ਤੇ ਮਨ ਮਤਲਬ ਹਉਮੈ, ਉਹਦਾ ਸਥਾਨ ਪੈਰਾਂ 'ਚ। ਤੇ ਜੇ ਇਹ ਉਲਟਾ ਹੋ ਜੇ ਕੰਮ ਤਾਂ ਫਿਰ ਆਹ ਕੁਝ ਹੀ ਹੋਣਾ। ਹੁਣ ਸਾਡਾ ਜਿਹੜਾ ਮਨ ਹੈ, ਮਤਲਬ ਸਾਡੀ ਹਉਮੈ, ਉਹ ਤਾਂ ਸਿਰ 'ਚ ਵੜੀ ਹੋਈ ਆ, ਤੇ ਜਿਹੜੀ ਮੱਤ ਆ ਉਹ ਗਿੱਟਿਆਂ 'ਚ ਵੜ ਗਈ ਆ। ਤਾਂ ਗਿੱਟਿਆਂ 'ਚ ਵੜੀ ਹੋਈ ਮੱਤ ਤੇ ਸਿਰ ਨੂੰ ਚੜੀ ਹੋਈ ਹਉਮੈ, ਇਹ ਪੱਟੀ ਨਹੀਂ ਵੱਜਣ ਦਿੰਦੀ। ਤਾਂ ਜੇ ਮਾੜੀ ਮੋਟੀ ਅਕਲਬੰਦੀ ਤੋਂ ਕੰਮ ਲਵੇ ਬੰਦਾ, ਤਾਂ ਉਹ ਇੰਨੇ ਮਹਿੰਗੇ ਭਾਅ ਤੇ ਜ਼ਮੀਨ ਠੇਕੇ ਤੇ ਨਹੀਂ ਲਏਗਾ। ਪਰ ਹਉਮੈ ਕਹਿੰਦੀ ਆ ਵੀ ਨਹੀਂ ਇਹਦੀ ਕੀ ਮਜਾਲ, ਇਹ ਕਿਵੇਂ ਲੈ ਜੂ ਮੇਰੇ ਰਹਿੰਦਿਆਂ। ਤਾਂ ਹਉਮੈ ਨੇ ਕਾੜਾ ਕਰਾਇਆ। ਤੇ ਇਹ ਲੋਕ ਉਹ ਹੈ ਜਿਹੜੇ ਮਨ ਨੀਵਾਂ ਮੱਤ ਉੱਚੀ ਦੇ ਫਲਸਫੇ ਵਾਲੇ ਲੋਕ ਆ। ਪਰ ਇਹ ਗੁਰਦੁਆਰੇ ਜਾਂਦੇ ਤਾਂ ਹੈਗੇ ਆ, ਮੱਥਾ ਟੇਕਦੇ ਆ, ਗੁਰਦੁਆਰਿਓਂ ਲੈ ਕੇ ਕੁਛ ਨਹੀਂ ਆਉਂਦੇ ਨਾਲ, ਕੋਈ ਸੁਨੇਹਾ, ਕੋਈ ਅਕਲ ਵਾਲੀ ਗੱਲ ਉੱਥੋਂ ਲੈ ਕੇ ਨਹੀਂ ਆਉਂਦੇ। ਇੱਥੇ ਇੱਕ ਹੋਰ ਗੱਲ ਆ ਦਬੜੀ ਖਾਨਾ ਸਾਹਿਬ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਉਹਦੇ ਵਿੱਚ ਉਸ ਤੋਂ ਬਾਅਦ ਉਹਦੇ ਦਿਮਾਗ ਤੇ ਗਰਾਰੀ ਇਹ ਚੱਲਣੀ ਆ, 1 ਘੰਟਾ 2 ਘੰਟੇ ਹਵਾ ਦੇ ਵਿੱਚ ਰਹਿਣਾ। ਜਿੱਦਾਂ ਆਪਾਂ ਹਵਾ ਦੀ ਗੱਲ ਕਰ ਲਈਏ ਕਿ ਯਾਰ ਮੈਂ ਤਾਂ ਆਹ ਜਿਹੜੀ ਹੈਗੀ ਆ ਪੈਲੀ ਲੈ ਲਈ, ਇੰਨੀ ਮਹਿੰਗੀ ਲੈ ਲਈ। ਜਦੋਂ ਉਹਨੇ ਵੱਧ ਫਸਲ ਦਬੜੀ ਖਾਨਾ ਸਾਹਿਬ ਕੱਢਣੀ ਆ ਤਾਂ ਸੁਭਾਵਿਕ ਤੌਰ ਤੇ ਮਹਿੰਗੀਆਂ ਰੇਹਾਂ ਸਪਰੇਹਾਂ ਕਰੂਗਾ, ਤੇ ਰੇਹਾਂ ਸਪਰੇਹਾਂ ਜਿਹੜੀਆਂ ਨੇ ਉਹਨਾਂ ਨੂੰ ਤਾਂ ਰੇਹਾਂ ਸਪਰੇ ਇਕੁਅਲ ਟੂ ਜ਼ਹਿਰ ਦਾ ਜਿਹੜਾ ਦਰਜਾ ਦਿੱਤਾ ਗਿਆ ਹੈਗਾ, ਹੈ ਨਾ। ਤਾਂ ਫਿਰ ਉਹ ਉਸ ਤੋਂ ਬਾਅਦ ਜਿਹੜੀ ਵੀ ਅਨਾਜ ਪੈਦਾ ਕਰਨਾ, ਉਹ ਅਨਾਜ ਜਾਣਾ ਤਾਂ ਆਖਰਕਾਰ ਨੂੰ ਇੱਕ ਇਨਸਾਨ ਦੇ ਢਿੱਡ ਦੇ ਵਿੱਚ ਜਾਂ ਇਨਸਾਨ ਦੇ ਪੇਟ ਦੇ ਵਿੱਚ ਆ। ਮਤਲਬ ਕੁੱਲ ਮਿਲਾ ਕੇ ਜੇਕਰ ਉਹ ਕਹਿ ਰਿਹਾ ਕਿ ਮਤਲਬ ਮੈਂ ਆਪਣੀ ਜਿਹੜੀ ਆਮਦਨ ਵਧਾਉਣੀ ਆ, ਆਪਣੀ ਫਸਲ ਜਿਹੜੀ ਆ ਉਹ ਵੱਧ ਕਰਨੀ ਆ, ਤਾਂ ਕੁੱਲ ਮਿਲਾ ਕੇ ਫਿਰ ਇੱਕ ਇਨਸਾਨੀਅਤ ਦਾ ਕਤਲ ਹੋ ਰਿਹਾ ਉੱਥੇ। ਇਕੱਲੀ ਇਨਸਾਨੀਅਤ ਦਾ ਨਹੀਂ, ਇਨਸਾਨੀਅਤ ਦਾ ਹੀ ਕਤਲ ਨਹੀਂ ਹੈਗਾ, ਪੂਰੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਆ, ਦਿੱਖ ਅਦਿੱਖ, ਜਿਨ੍ਹਾਂ ਬਾਰੇ ਗੁਰਬਾਣੀ ਦੇ ਵਿੱਚ ਲਿਖਿਆ 184 ਮੇਦਨੀ ਸਭ ਸੇਵ ਕਰਨ ਦਾ, ਠੀਕ ਹੈ, ਉਹਨਾਂ ਸਾਰਿਆਂ ਦਾ ਘਾਣ ਹੋ ਰਿਹਾ। ਤੁਸੀਂ ਜਦੋਂ ਠੇਕੇ ਤੇ ਮਹਿੰਗੇ ਭਾਅ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹੋ ਤਾਂ ਤੁਸੀਂ ਵੱਧ ਕੇ, ਆਮ ਨਾਲੋਂ ਵੱਧ ਕੇ ਜ਼ਹਿਰਾਂ ਪਾਉਣੇ ਹੋ, ਆਮ ਨਾਲ ਵੱਧ ਕੇ ਰਸਾਇਣਕ ਖਾਦਾਂ ਪਾਉਣੇ ਹੋ। ਠੀਕ ਹੈ, ਕਈ ਇਲਾਕਿਆਂ 'ਚ ਤਾਂ ਇਹ ਵੀ ਦੇਖਣ 'ਚ ਆਇਆ ਕਿ ਜਿਹੜੇ ਕਿਸਾਨ ਠੇਕੇ ਤੇ ਜ਼ਮੀਨ ਲੈਂਦੇ ਆ ਉਹ ਲੂਣ ਵੀ ਪਾਉਂਦੇ ਆ। ਅੱਛਾ ਜੀ, ਝਾੜ ਵਧਾਉਣ ਵਾਸਤੇ। ਠੀਕ ਹੈ, ਗੱਟਿਆਂ ਦੇ ਗੱਟੇ ਨਮਕ ਖੋਲ ਦਿੰਦੇ ਆ। ਤਾਂ ਉਹ ਕੀ ਕਰਦਾ ਵੀ ਇੱਕ ਵਾਰੀ ਤੁਹਾਡਾ ਝਾੜ ਵਧਾ ਦਿੰਦਾ, ਤੇ ਜਿਹੜੀ ਜ਼ਮੀਨ 'ਚ ਇਹ ਸਾਰਾ ਕੁਝ ਪਏਗਾ ਪਹਿਲਾਂ ਉਹ ਜ਼ਮੀਨ ਬਿਮਾਰ ਹੁੰਦੀ ਆ। ਠੀਕ ਹੈ, ਫਿਰ ਉਸ ਜ਼ਮੀਨ 'ਚ ਜਿਹੜੇ ਪੌਦੇ ਤੁਸੀਂ ਖੜੇ ਕੀਤੇ ਫਸਲ ਦੇ ਰੂਪ 'ਚ,
ਉਹ ਬਿਮਾਰ ਪੈਦਾ ਹੋਣਗੇ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਤੁਹਾਡੇ ਖਰਚੇ ਵਧਣੇ। ਉਹ ਖਰਚੇ ਵਧਾਉਂਦੇ ਹੋਏ ਉਹਨਾਂ ਪੌਦਿਆਂ ਨੂੰ ਠੀਕ ਕਰਨ ਵਾਸਤੇ ਜੋ ਤੁਸੀਂ ਇਸਤੇਮਾਲ ਕਰੋਗੇ ਉਹ ਫੇਰ ਜ਼ਹਿਰ ਆ। ਠੀਕ ਹੈ, ਤਾਂ ਬਿਮਾਰ ਪੌਦੇ ਉਹਨਾਂ ਨੂੰ ਠੀਕ ਕਰਨ ਵਾਸਤੇ ਵਰਤੇ ਜ਼ਹਿਰ, ਤੇ ਜ਼ਹਿਰ ਕਿਹਦੇ ਅੰਦਰ ਗਏ? ਪੌਦਿਆਂ ਦੇ ਅੰਦਰ। ਪੌਦਿਆਂ ਰਾਹੀਂ ਫਲ ਦੇ ਅੰਦਰ, ਦਾਣਿਆਂ ਦੇ ਅੰਦਰ, ਤੇ ਦਾਣਿਆਂ ਰਾਹੀਂ ਕਿਹਦੇ ਅੰਦਰ ਆਏ? ਇਨਸਾਨ ਦੇ ਅੰਦਰ ਬਾਅਦ ਚ ਆਏ, ਪਹਿਲਾਂ ਚਿੜੀਆਂ ਦੇ ਅੰਦਰ ਗਏ, ਜਨੌਰਾਂ ਦੇ ਅੰਦਰ ਗਏ। ਤੇ ਜਿਹੜੇ ਜ਼ਹਿਰ ਉੱਥੇ ਪਾਏ ਗਏ ਆਪਦੀ ਫਸਲ ਨੂੰ ਪੂਰਾ ਵਧੀਆ ਬਣਾਉਣ ਲਈ, ਝਾੜ ਵਧਾਉਣ ਪੱਖੋਂ, ਉਹਨਾਂ ਨੇ ਤੁਹਾਡਾ ਪਾਣੀ ਵੀ ਪਲੀਤ ਕੀਤਾ, ਉਹਨਾਂ ਨੇ ਤੁਹਾਡੀ ਮਿੱਟੀ ਵੀ ਪਲੀਤ ਕੀਤੀ। ਮਿੱਟੀ ਜ਼ਹਿਰੀਲੀ ਕਰਤੀ, ਪਾਣੀ ਜ਼ਹਿਰੀਲਾ ਕਰਤਾ, ਹਵਾ ਜ਼ਹਿਰੀਲੀ ਕਰਤੀ। ਤੇ ਇਹਦਾ ਮਤਲਬ ਆ ਕਿ ਤੁਸੀਂ ਸਰਬੱਤ ਜਿਹੜਾ ਹੈਗਾ, ਸਰਬੱਤ ਦੇ ਵਿੱਚ ਜਿੰਨੀਆਂ ਵੀ ਜੀਆ ਜੰਤ ਦਿੱਖ ਅਦਿੱਖ, ਉਹਨਾਂ ਦਾ ਵੀ ਘਾਣ ਕੀਤਾ। ਠੀਕ ਹੈ, ਪਹਿਲਾਂ ਉਹਨਾਂ ਦਾ ਘਾਣ ਹੁੰਦਾ ਤੇ ਫਿਰ ਸਾਡਾ ਘਾਣ ਹੁੰਦਾ। ਜਿਹੋ ਜੀ ਮਿੱਟੀ ਹੋਏਗੀ ਉਹੋ ਜਿਹੇ ਮਿੱਟੀ ਤੇ ਰਹਿਣ ਵਾਲੇ ਹੋਣਗੇ। ਸਾਡੇ ਬਜ਼ੁਰਗ ਕਹਿ ਕੇ ਗਏ ਆ, ਜੈਸਾ ਖਾਓ ਅੰਨ ਵੈਸਾ ਹੋਏ ਮਨ। ਠੀਕ ਹੈ, ਤਾਂ ਜੇ ਅੰਨ ਸਾਡੇ ਮਨ ਤੇ ਪ੍ਰਭਾਵ ਪਾ ਸਕਦਾ ਤਾਂ ਮਨ ਪਹਿਲਾਂ ਆਉਂਦਾ ਕਿ ਤਨ ਪਹਿਲਾਂ ਆਉਂਦਾ? ਇਹ ਸੋਚਣ ਵਾਲੀ ਗੱਲ ਆ। ਪਹਿਲਾਂ ਆਉਂਦਾ ਤਨ। ਤੇ ਜਿਹੜਾ ਅੰਨ ਸਾਡੇ ਮਨ ਤੇ ਅਸਰ ਪਾ ਸਕਦਾ, ਮਨ ਨੂੰ ਨਾ ਆਪਾਂ ਛੂਹ ਸਕਦੇ ਹਾਂ ਨਾ ਦੇਖ ਸਕਦੇ ਹਾਂ। ਮਨ ਇੱਕ ਭਾਵਨਾ। ਠੀਕ ਹੈ, ਤੇ ਜੇ ਸਪਿਰਚੁਅਲੀ ਗੱਲ ਕਰੀਏ, ਅਧਿਆਤਮਕ ਪੱਧਰ ਤੇ ਗੱਲ ਕਰੀਏ, ਤਾਂ ਮਨ ਸੂਖਮ ਸਰੀਰ ਆ। ਠੀਕ ਹੈ, ਜਿਹੜੀ ਖੁਰਾਕ ਤੁਹਾਡੇ ਸੂਖਮ ਸਰੀਰ ਤੇ ਅਸਰ ਪਾ ਸਕਦੀ ਹੈ ਤੇ ਉਹ ਸਥੂਲ ਤੇ ਪਾਊ ਕਿ ਨਹੀਂ? ਇਹ ਸਥੂਲ ਆ, ਠੋਸ। ਠੀਕ ਹੈ, ਤਾਂ ਇਸੇ ਕਰਕੇ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਸਾਨੂੰ ਕਹਿ ਕੇ ਗਏ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜਿਆ, ਮਨ ਮਹਾ ਚਲੇ ਵਿਕਾਰ। ਠੀਕ ਹੈ, ਵੀ ਅਜਿਹੀ ਖੁਰਾਕ ਤੋਂ ਤੌਬਾ ਕਰੋ ਜਿਹਨੂੰ ਖਾ ਕੇ ਮਨ, ਤਨ ਵੀ ਰੋਗੀ ਹੋ ਜਾਏ ਤੇ ਮਨ ਵੀ ਰੋਗੀ ਹੋ ਜਾਏ। ਤਾਂ ਹੁਣ ਗੁਰੂ ਸਾਹਿਬ ਕਹਿੰਦੇ ਆ ਸਿਹਤ ਦੋ ਤਰ੍ਹਾਂ ਦੀ ਆ, ਇੱਕ ਸਰੀਰਕ ਤੇ ਇੱਕ ਮਾਨਸਿਕ। ਤੇ ਦੋਹਾਂ ਤਰ੍ਹਾਂ ਦੀ ਸਿਹਤ ਦਾ ਸੰਬੰਧ ਕਾਹਦੇ ਨਾਲ ਆ? ਖੁਰਾਕ ਨਾਲ। ਤੇ ਖੁਰਾਕ ਦਾ ਸੰਬੰਧ ਕਿਹਦੇ ਨਾਲ? ਜ਼ਮੀਨ ਨਾਲ। ਤੇ ਜੋ ਜ਼ਮੀਨ 'ਚ ਪਾਓਗੇ, ਜੋ ਜ਼ਮੀਨ ਨਾਲ ਕਰੋਗੇ, ਉਹ ਵਾਪਸ ਤੁਹਾਡੇ ਨਾਲ ਹੋਏਗਾ। ਤੁਸੀਂ ਲਾਲਚ ਦੇ ਵਿੱਚ ਆ ਕੇ, ਅੜਫਸ ਦੇ ਵਿੱਚ ਆ ਕੇ, ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਤੁਸੀਂ ਸੱਤਿਆਨਾਸ਼ ਕਰਦੇ ਪਏ ਹੋ। ਹਵਾ ਪਾਣੀ ਮਿੱਟੀ ਪਲੀਤਤਾ, ਜ਼ਹਿਰੀਲਾ ਕਰਤਾ ਸਾਰਾ ਕੁਝ। ਇਹ ਕਰਦੇ ਹੋਏ, ਠੀਕ ਹੈ, ਆਪਾਂ ਅੱਜ ਕਿੱਥੇ ਖੜੇ ਆ ਇਹ ਵੀ ਦੇਖਣ ਦੀ ਲੋੜ ਆ। ਪੰਜਾਬੀ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਸਰੀਰਕ ਸਿਹਤ ਆ ਉਹ ਬੁਰੀ ਤਰ੍ਹਾਂ ਕੰਪਰੋਮਾਈਜ਼ ਹੋ ਗਈ ਆ। ਕੈਂਸਰ, ਸ਼ੂਗਰ, ਕਾਲਾ ਪੀਲੀਆ, ਹਾਰਟ ਅਟੈਕ, ਜ਼ਿੰਦਗੀ ਦੀਆਂ 4 ਸਟੇਜਾਂ, ਤੇ 4 ਹੀ ਸਟੇਜਾਂ 'ਤੇ ਇਹ ਬਿਮਾਰੀਆਂ ਪੰਜਾਬੀਆਂ ਨੂੰ ਖਤਮ ਕਰਦੀਆਂ ਪਈਆਂ। ਠੀਕ ਹੈ, ਤੇ ਇਹਦੇ ਇਲਾਵਾ ਅਗਲੀ ਚੀਜ਼ ਹੈਗੀ ਆ ਸਰੀਰਕ ਸਿਹਤ ਦਾ। ਇਹ ਬਾਹਰੀ ਪੱਖ ਸੀ, ਇੱਕ ਅੰਦਰੂਨੀ ਪੱਖ ਆ ਸਰੀਰਕ ਸਿਹਤ ਦਾ, ਉਹ ਹੈਗੀ ਆ ਜੰਮਣ ਸ਼ਕਤੀ। ਤੇ ਪੰਜਾਬੀਆਂ ਦੀ ਜੰਮਣ ਸ਼ਕਤੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਆ। ਆਪਾਂ ਜਿੰਨੇ ਬਾਈ ਤੁਸੀਂ ਸਾਨੂੰ ਦੇਖਦੇ ਪਏ ਹੋ, ਆਪ ਮਾੜਾ ਜਿਹਾ ਦਿਮਾਗ 'ਤੇ ਜ਼ੋਰ ਪਾਓ ਵੀ ਪਿਛਲੇ 10-15 ਵਰ੍ਹਿਆਂ 'ਚ ਤੁਹਾਡੇ ਘਰ ਪਰਿਵਾਰ 'ਚ, ਆਂਢ ਗੁਆਂਢ, ਯਾਰੀ ਦੋਸਤੀ, ਰਿਸ਼ਤੇਦਾਰੀ 'ਚ ਕੋਈ ਬੱਚਾ ਹੈਗਾ ਜਿਹੜਾ ਬਿਨਾਂ ਦਵਾਈ ਤੋਂ ਪੈਦਾ ਹੋਇਆ ਹੋਵੇ? ਇਹਦਾ ਜਵਾਬ ਹੈ ਨਹੀਂ। ਪਹਿਲਾਂ ਤਾਂ ਗਰਭ ਠਹਿਰੇ ਉਹਦੇ ਲਈ ਦਵਾਈ ਖਾਓ, ਫਿਰ ਟਿਕਿਆ ਰਵੇ ਉਹਦੇ ਲਈ ਦਵਾਈ ਖਾਓ। ਤੇ ਬਾਵਜੂਦ ਬੱਚੇ ਕਿਹੜੇ ਪੈਦਾ ਹੋ ਰਹੇ ਆ? 7ਮਾਹੀ ਤੇ 8ਮਾਹੀ, ਉਹਨਾਂ ਵਿੱਚ ਵੀ ਟੁੱਟੇ ਫੁੱਟੇ ਜਮਾਂਦਰੂ ਨੁਕਸਾਂ ਵਾਲੇ। ਠੀਕ ਹੈ, ਤੇ ਇਹ ਸਾਡੀ ਹੋਣੀ ਆ ਅੱਜ ਦੇ ਟਾਈਮ। ਤੇ ਮੇਰਾ ਇੱਕ ਸਵਾਲ ਤੁਹਾਨੂੰ ਸਾਰਿਆਂ ਨੂੰ ਇਹ ਵੀ ਹੈ ਕਿ ਅੱਜ ਜਿਹੜਾ ਬੱਚਾ ਪੈਦਾ ਹੋਇਆ, ਉਹਦੀ ਮਾਂ ਨੇ ਉਹਨੂੰ ਪੈਦਾ ਕਰਨ ਲਈ ਅੱਜ ਦੇ ਟਾਈਮ 'ਚ ਜਿੰਨੀ ਦਵਾਈ ਖਾਧੀ, ਕੀ ਉਹ ਬੱਚਾ 20 ਵਰ੍ਹਿਆਂ ਬਾਅਦ ਆਪਦੀ ਮਾਂ ਜਿੰਨੀ ਦਵਾਈ ਖਾ ਕੇ ਅਗਲੀ ਪੀੜ੍ਹੀ ਲੈ ਆਊ? ਇਹ ਤੁਹਾਡੇ ਲਈ ਵੀ ਸਵਾਲ ਆ, ਮੇਰੇ ਲਈ ਵੀ, ਤੇ ਤੁਹਾਡੇ ਲਈ ਵੀ ਜਿਹੜੇ ਸਾਹਮਣੇ ਬੈਠੇ ਹੋ। ਠੀਕ ਹੈ, ਤਾਂ ਫਿਰ ਆਪਾਂ ਮੰਨ ਕੇ ਚੱਲਦੇ ਹਾਂ ਵੀ ਦੁੱਗਣੀ ਜਾਂ ਚੌਗਣੀ ਦਵਾਈ ਖਾਣੀ ਪਊ। ਹੋ ਸਕਦਾ ਉਹ ਅਗਲੀ ਪੀੜ੍ਹੀ ਲੈ ਆਵੇ, ਪੱਕਾ ਨਹੀਂ, ਚਲੋ ਆਪਾਂ ਮੰਨ ਲੈਂਦੇ ਹਾਂ ਵੀ ਲੈ ਕੇ ਆਊ। ਤਾਂ ਅਗਲੇ 20 ਵਰ੍ਹਿਆਂ ਬਾਅਦ ਅੱਜ ਦੇ ਬੱਚੇ ਦਾ ਲਿਆਂਦਾ ਹੋਇਆ ਬੱਚਾ ਅਗਲੇ 20 ਵਰ੍ਹਿਆਂ ਬਾਅਦ ਅਗਲੀ ਪੀੜ੍ਹੀ ਲਿਆਊ? ਇਹਦੇ 'ਤੇ ਸਵਾਲੀਆ ਨਿਸ਼ਾਨ ਆ। ਮਤਲਬ ਕਿੰਨੇ ਵਰ੍ਹਿਆਂ ਦੀ ਖੇਡ ਹੈ? 40, 20 ਤੇ 20, 40। ਹੁਣ ਪੰਜਾਬੀ ਥੋੜ੍ਹੇ ਜਿਹੇ ਲਾਪਰਵਾਹ ਕਿਸਮ ਦੇ ਹੋਛੇ ਟਾਈਪ ਲੋਕ ਆ। ਉਹ ਹਰੇਕ ਗੱਲ ਨੂੰ ਕਹਿੰਦੇ ਜਦੋਂ ਹੋਊ ਦੇਖੀ ਜਾਊ। ਠੀਕ ਆ,
ਇਹ ਫੁਕਰਪੰਥੀਆਂ ਤਿਆਗਣ ਦੀ ਲੋੜ ਆ ਪੰਜਾਬੀਆਂ ਨੂੰ। ਜਦੋਂ ਹੋਊ ਦੇਖੀ ਜਾਊ ਨਹੀਂ, ਇਹ ਸ਼ੁਰੂ ਹੋ ਚੁੱਕਿਆ। ਆਪ ਹੀ ਸੋਚੋ ਤੇ ਮੇਰੇ ਸਵਾਲ ਨੂੰ ਆਪਦੇ ਮਨ 'ਚ ਦੁਹਰਾਓ ਤੇ ਉਹਦਾ ਜਵਾਬ ਲੱਭੋ ਕਿ ਹਰੇਕ ਪਿੰਡ ਦੇ ਵਿੱਚ 5 ਤੋਂ 15 ਜੋੜੇ ਇਹੋ ਜਿਹੇ ਨਹੀਂ ਹੈਗੇ ਜਿਨ੍ਹਾਂ ਦਾ ਵਿਆਹ ਹੋ ਗਿਆ ਪਰ ਉਹਨਾਂ ਦੇ ਬੱਚੇ ਨਹੀਂ ਹੋ ਰਹੇ, ਮਤਲਬ ਬੇਔਲਾਦ ਜੋੜੇ। 5 ਤੋਂ 15 ਨਹੀਂ, 25 ਤੱਕ ਵੀ ਆ ਆਬਾਦੀ ਦੇ ਹਿਸਾਬ ਨਾਲ, 40 ਤੱਕ ਵੀ ਆ। ਤਾਂ ਇਹ ਜਿਹੜੇ 5 ਤੋਂ 25 40 ਹੈਗੇ ਆ, ਇਹਨਾਂ ਦੀ ਜੰਮਣ ਸ਼ਕਤੀ ਖਤਮ ਹੋ ਚੁੱਕੀ ਆ ਤੇ ਬਾਕੀਆਂ ਦੀ ਹੁੰਦੀ ਜਾ ਰਹੀ ਆ। ਠੀਕ ਆ, 40 ਵਰਿਆਂ ਬਾਅਦ ਹੋਣਾ ਨਹੀਂ, ਇਹ ਸ਼ੁਰੂ ਹੋ ਚੁੱਕਿਆ। 40 ਵਰਿਆਂ ਬਾਅਦ ਹਾਲਾਤ ਇਹ ਹੋਣਗੇ ਵੀ ਅੱਜ ਜਿਵੇਂ ਟਾਵੇਂ ਜੋੜਿਆਂ ਦੇ ਬੱਚੇ ਨਹੀਂ ਹੋ ਰਹੇ, 40 ਵਰਿਆਂ ਬਾਅਦ ਟਾਮਿਆਂ ਦੇ ਹੋਇਆ ਕਰਨਗੇ ਤੇ ਬਾਕੀ ਸਾਰੇ ਰੋਇਆ ਕਰਨਗੇ। ਤਾਂ ਇਹ 40 ਵਰਿਆਂ ਬਾਅਦ ਦੀ ਕਹਾਣੀ ਆ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਤੀ ਆ, ਕੰਧ ਤੇ ਲਿਖੀ ਇਹ ਵਾਰਤਾ ਹੈ। ਤੇ ਨੈਕਸਟ 40 ਇਅਰਸ ਅਗੇਨ, ਉਦੋਂ ਅਗਲੇ 40 ਵਰੇ ਉਹ ਤੁਹਾਡੇ ਨਾ ਇੱਦਾਂ ਨਵੇੜੇ ਵਾਲੇ ਆ, ਜੰਮਣੇ ਬੰਦ ਤੇ ਜਿਨ੍ਹਾਂ ਨੇ ਜੰਮੇ ਸੀ ਉਹ ਮਰ ਗਏ। ਤੇ ਜਿਵੇਂ ਪੰਜਾਬ 'ਚੋਂ ਗਿਰਜਾਂ ਅਲੋਪ ਹੋਈਆਂ, ਜਿਨ੍ਹਾਂ ਨੂੰ ਗਿੱਧਾਂ ਕਹਿ ਦਿੰਦੇ ਆ, ਉਵੇਂ ਹੀ ਪੰਜਾਬੀ ਅਲੋਪ ਹੋ ਜਾਣਗੇ ਤੇ ਤੁਸੀਂ ਵਧਾਈ ਚੱਲੋ ਠੇਕੇ ਤੇ ਪਾਈ ਚੱਲੋ ਜ਼ਹਿਰਾਂ। ਅੱਛਾ, ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਫਿਰ, ਜਿਹਨੂੰ ਤਾਂ ਆਪਦਾ ਮੁੱਲ ਮਿਲ ਗਿਆ ਚੰਗਾ, ਆਖਦੇ ਆ ਕਿ ਜਿਹਦਾ ਮੁੱਲ ਚੰਗਾ ਲੱਗ ਗਿਆ ਉਹ ਤਾਂ ਖੁਸ਼ ਆ, ਉਹ ਤਾਂ ਨੰਬਰ 9 ਆ। ਉਹ ਤਾਂ ਉਦੋਂ ਬਾਅਦ ਮੈਨੂੰ ਲੱਗਦਾ ਆਪਦੀ ਰਿਸ਼ਤੇਦਾਰੀਆਂ ਦੀਆਂ ਵੀ ਅਗਲੀਆਂ ਰਿਸ਼ਤੇਦਾਰਾਂ ਦੱਸੂ ਕਿ ਭਾਈ ਮੈਂ ਤਾਂ ਐਤਕੀ ਪਹਿਲੀ 76,500 ਨੂੰ ਜਿਹੜੀ ਲਾਤੀ। ਤਾਂ ਫਿਰ ਇੱਥੇ ਕਸੂਰਵਾਰ, ਸਭ ਤੋਂ ਵੱਡਾ ਕਸੂਰਵਾਰ ਕੌਣ ਆ? ਜ਼ਮੀਨ ਠੇਕੇ ਤੇ ਦੇਣ ਵਾਲਾ ਜਾਂ ਜ਼ਮੀਨ ਠੇਕੇ ਤੇ ਲੈਣ ਵਾਲਾ ਵੱਡਾ ਕਸੂਰਵਾਰ ਕੌਣ ਆ? ਦੇਖੋ, ਦੋਨੇ ਬਰਾਬਰ ਦੇ ਕਸੂਰਵਾਰ ਆ ਤੇ ਸਮਾਜ ਜਿਹੜਾ ਹੈਗਾ ਉਹਦੀ ਜਿਹੜੀ ਭੂਮਿਕਾ ਹੈਗੀ ਆ ਉਹ ਵੀ ਬਹੁਤ ਖਤਰਨਾਕ ਹੈ ਇਸ ਮਾਮਲੇ 'ਚ। ਸਮਾਜ ਹੀ ਇਹਨਾਂ ਚੀਜ਼ਾਂ ਨੂੰ ਵਧਾਵਾ ਦਿੰਦਾ, ਉਤਸ਼ਾਹਿਤ ਕਰਦਾ। ਸਾਡੇ ਸਮਾਜ ਦੇ ਵਿੱਚ ਫੁਕਰਪੰਥੀ ਤੇ ਅੜਫਸ ਨੂੰ ਜਿਹੜਾ ਹੈਗਾ ਬੜਾ ਉੱਡ ਕੇ ਲਿਆ ਜਾਂਦਾ। ਠੀਕ ਹੈ, ਤੁਸੀਂ ਕੰਮ ਦੀ ਗੱਲ ਕਰਦੇ ਹੋ, ਤੁਹਾਡੀ ਕੰਮ ਦੀ ਗੱਲ ਨੂੰ ਕਿੰਨੇ ਕੁ ਲੋਕ ਸੁਣਦੇ ਆ? ਬਹੁਤ ਘੱਟ। ਤੇ ਜਿਹੜੀਆਂ ਯਬਲੀਆਂ ਮਾਰਦੇ ਆ ਫੇਸਬੁੱਕ ਤੇ, ਤੁਰੇ ਜਾਂਦੇ ਹੀ ਲਾਈਵ ਹੋ ਜਾਂਦੇ ਆ ਤੇ ਉਹਨਾਂ ਦੇ ਕਿੰਨੇ ਵਿਊ ਆ। ਠੀਕ ਹੈ, ਮਤਲਬ ਕੰਨ ਰਸ ਦਾ ਜਿਹੜਾ ਸ਼ੌਕੀਨ ਹੋ ਗਿਆ ਸਾਡਾ ਸਮਾਜ। ਠੀਕ ਹੈ, ਜਿਹੜਾ ਕੋਈ ਬੰਦਾ ਸਹੀ ਗੱਲ ਕਹਿੰਦਾ, ਸੱਚੀ ਗੱਲ ਕਹਿੰਦਾ, ਭਵਿੱਖ ਦੀ ਤਸਵੀਰ ਦਿਖਾਉਂਦਾ, ਉਹਨੂੰ ਕਹਿੰਦੇ ਆ ਵੀ ਤੂੰ ਤਾਂ ਹਿੱਲਿਆ ਹੋਇਆ, ਤੇਰੀ ਗੱਲ ਸੁਣਨ 'ਚ ਕੀ ਫਾਇਦਾ। ਉਹਦੀ ਗੱਲ ਸੁਣਦੇ ਨਹੀਂ ਤੇ ਜਾਂ ਉਹਨੂੰ ਕਹਿਣਗੇ ਵੀ ਇਹ ਤਾਂ ਬਕਾਊ ਆ। ਠੀਕ ਹੈ, ਇਸ ਤਰ੍ਹਾਂ ਦਾ ਬਣਿਆ ਹੋਇਆ ਸੀ। ਇੱਥੇ ਇੱਕ ਚੀਜ਼ ਹੋਰ ਆ, ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਪਿੱਛੇ ਜੇ ਵੀ ਪਿੰਡਾਂ ਦੇ ਵਿੱਚ ਚੱਲਿਆ ਸੀ ਕਿ ਭਾਈ ਐਤਕੀ ਜਿਹੜਾ ਹੈਗਾ ਗਾ ਠੇਕਾ ਵੱਧ ਕੇ ਨਾ ਜਿਹੜਾ ਕਿਸੇ ਤੋਂ ਦਿੱਤਾ ਜਾਵੇ, ਕਿਉਂਕਿ ਜਦੋਂ ਹੁਣ ਝੋਨਾ ਲਾਉਣ ਵਾਲੇ ਆਉਂਦੇ ਆ, ਜਦੋਂ ਮਜ਼ਦੂਰ ਆਉਂਦੇ ਆ, ਤਾਂ ਮਜ਼ਦੂਰਾਂ ਦਾ ਸ਼ਾਇਦ ਬਹੁਤੇ ਪਿੰਡਾਂ ਦੇ ਵਿੱਚ ਇਹ ਚੀਜ਼, ਹਾਲਾਂਕਿ ਬਹੁਤਿਆਂ ਦੇ ਵਿੱਚ ਹੋ ਸਕਦਾ ਨਾ ਹੋਵੇ, ਪਰ ਬਹੁਤਿਆਂ ਦੇ ਵਿੱਚ ਸੀ ਕਿ ਜਿਹੜੀ ਹੈਗੀ ਆ ਤੈਅ ਕਰ ਦਿੱਤੀ ਜਾਂਦੀ ਹੈ ਕਿ ਇਦੋਂ ਵੱਧ ਲਵਾਈ ਜਿਹੜੀ ਹੈਗੀ ਆ ਕਿੱਲੇ ਦੀ ਤੁਸੀਂ ਨਹੀਂ ਦੇਣੀ। ਤਾਂ ਦਬੜੀ ਖਾਨਾ ਸਾਹਿਬ, ਜੇ ਅਸੀਂ ਚਾਹੁੰਦੇ ਹਾਂ ਕਿਸਾਨੀ ਵਾਕਿਆ ਦੇ ਵਿੱਚ ਬਚਣੀ ਚਾਹੀਦੀ ਹੈ, ਕਿਉਂਕਿ ਜੇਕਰ ਕਿਸਾਨੀ ਨਹੀਂ, ਜਿਹੜਾ ਪੰਜਾਬ ਤਾਂ ਜਿਹੜਾ ਹੈਗਾ ਕਿਸਾਨੀ ਪ੍ਰਧਾਨ ਸੂਬਾ ਹੀ ਹੈਗਾ, ਹੈ ਨਾ, ਜੇਕਰ ਕਿਸਾਨੀ ਰਹੂਗੀ ਤਾਂ ਪੰਜਾਬ ਕੋਲੇ ਰਹੂਗਾ ਕੀ ਫਿਰ। ਤੇ ਜੇਕਰ ਅਸੀਂ ਵਾਕਿਆ ਦੇ ਵਿੱਚ ਚਾਹੁੰਦੇ ਹਾਂ ਕਿ ਜ਼ਹਿਰ ਮੁਕਤ ਸਾਡੀ ਜਿਹੜੀ ਆ ਖੇਤੀ ਹੋਵੇ, ਅਸੀਂ ਚੰਗੀ ਤਰ੍ਹਾਂ ਦੇ ਨਾਲ ਜਿਹੜੀ ਹੈ ਖੇਤੀ ਕਰੀਏ, ਤਾਂ ਕਿਉਂ ਨਾ ਇੱਕ ਚਾਹੇ ਪਿੰਡਾਂ ਦੇ ਸਰਪੰਚ ਇਹ ਉਦਮ ਜਿਹੜਾ ਹੈਗਾ ਕਰ ਲੈਣ, ਚਾਹੇ ਕੋਈ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਉਦਮ ਜਿਹੜਾ ਹੋ ਜੇ, ਕਿਉਂਕਿ ਛੋਟੇ ਪੱਧਰ ਤੋਂ ਇਹ ਚੀਜ਼ ਸ਼ੁਰੂ ਤਾਂ ਹੋਣੀ ਚਾਹੀਦੀ ਆ ਕਿ ਜੇਕਰ ਭਾਈ ਇਸ ਪਿੰਡ ਦੇ ਵਿੱਚ ਇਦੋਂ ਮਹਿੰਗੀ ਜ਼ਮੀਨ ਜਿਹੜੀ ਹੈਗੀ ਆ ਉਹ ਕੋਈ ਵੀ ਠੇਕੇ ਤੇ ਜਿਹੜੀ ਆ ਉਹ ਨਹੀਂ ਲਊਗਾ। ਤੁਹਾਨੂੰ ਨਹੀਂ ਲੱਗਦਾ ਜਦੋਂ ਜੇਕਰ ਇੱਕ ਚਲੋ ਰੇਟ ਤੈਅ ਕਰਤਾ ਭਾਵੇਂ ਉਹ 45 ਆ 35 ਆ 50 55, ਜੋ ਉਸ ਤੋਂ ਬਾਅਦ ਲਊਗਾ ਹੀ ਨਹੀਂ ਤਾਂ ਫਿਰ ਹਉਮੈ ਤਾਂ ਰਹੀ ਨਹੀਂ। ਦੇਖੋ, ਜਿਹੜੀ ਗੱਲ ਤੁਸੀਂ ਕਹੀ ਆ ਪਿੰਡਾਂ ਦੇ ਸਰਪੰਚ, ਤਾਂ ਸਰਪੰਚ ਹੋਣੇ ਵੀ ਚਾਹੀਦੇ ਆ ਨਾ। ਮਤਲਬ ਨਾਂ ਦਾ ਸਰਪੰਚ ਤਾਂ ਹਰੇਕ ਪਿੰਡ 'ਚ ਬੈਠਾ, ਮੇਰੇ ਪਿੰਡ ਵੀ ਬੈਠੇ ਆ ਤੇ ਹੋਰ ਪਿੰਡਾਂ 'ਚ ਵੀ ਬੈਠੇ ਆ, ਪਰ ਕੰਮ ਦਾ ਸਰਪੰਚ ਕਿਹੜੇ ਪਿੰਡ 'ਚ ਆ? ਉਹ ਤਾਂ ਕਿਤੇ ਕਿਤੇ ਆ। ਸਰਪੰਚ ਪਿੰਡ ਦੇ ਨਹੀਂ ਹੁੰਦੇ ਅੱਜ ਕੱਲ੍ਹ, ਸਰਪੰਚ ਪਾਰਟੀਆਂ ਦੇ ਹੁੰਦੇ ਆ। ਬੇੜਾ ਵਾਤਾ ਇਹਨਾਂ ਨੇ। ਮੇਰੇ ਪਿੰਡ 'ਚ ਕਾਂਗਰਸੀ ਸਰਪੰਚ ਹੈ, ਕਿਸੇ ਦੇ ਪਿੰਡ 'ਚ ਅਕਾਲੀ ਸਰਪੰਚ ਹੋਊਗਾ, ਤਾਂ ਉਹ ਅਕਾਲੀ ਕਾਂਗਰਸੀ ਉਹਨਾਂ ਨੂੰ ਇਹਦੀ ਫਿਕਰ ਹੈ। ਠੀਕ ਹੈ, ਪਿੰਡ ਦੀ ਫਿਕਰ ਨਹੀਂ। ਪਿੰਡ ਮਰਦਾ ਮਰੇ, ਪਰ ਕੈਪਟਨ ਸਾਹਿਬ ਜਿਉਂਦੇ ਰਹਿਣੇ ਚਾਹੀਦੇ ਆ। ਠੀਕ ਹੈ, ਬਾਦਲ ਸਾਹਿਬ ਜਿਉਂਦੇ ਰਹਿਣੇ ਚਾਹੀਦੇ ਆ। ਸਾਡੇ ਪਿੰਡਾਂ ਦਾ ਜਿਹੜਾ ਪੋਲੀਟੀਕਲ ਸਟਰਕਚਰ ਆ, ਕੈਪਟਨ ਸਾਹਿਬ ਅੱਡ ਹੋ ਗਏ ਨਹੀਂ, ਉਹ ਇੱਦਾਂ ਹੀ ਹੈ। ਪਿੰਡਾਂ ਦਾ ਪੋਲੀਟੀਕਲ ਸਟਰਕਚਰ ਆ ਜਿਹੜਾ, ਉਹ ਇਸ ਤਰ੍ਹਾਂ ਦਾ ਬਣ ਚੁੱਕਿਆ ਵੀ ਪੋਲੀਟੀਕਲ ਜਿਹੜੇ ਲੋਕ ਆ ਪਿੰਡਾਂ ਦੇ, ਮੈਂ ਕਹਿੰਦਾ ਵੀ ਤੁਸੀਂ ਵਿਅਕਤੀਗਤ ਤੌਰ ਤੇ ਵੀ ਤੇ ਸਮੂਹਿਕ ਤੌਰ ਤੇ ਵੀ ਕਿਸੇ ਵੀ ਪਾਰਟੀ ਨਾਲ ਜੁੜੋ, ਕੋਈ ਦਿੱਕਤ ਨਹੀਂ, ਪਰ ਪਹਿਲ ਜਿਹੜੀ ਆਪਣੇ ਪਰਿਵਾਰ ਨੂੰ ਦਿਓ, ਅਗਲੀ
ਜਿਹੜੀ ਪਹਿਲ ਆ ਉਹ ਆਪਣੇ ਪਿੰਡ ਨੂੰ ਦਿਓ, ਆਪਣੇ ਸਮਾਜ ਨੂੰ ਦਿਓ, ਤੇ ਫਿਰ ਜਿਹੜਾ ਹੈਗਾ ਤੁਸੀਂ ਆਪਦੀ ਪਾਰਟੀ ਦੀ ਸੇਵਾ ਕਰੋ। ਪਰ ਇੱਥੇ ਉਲਟਾ, ਇੱਥੇ ਕੀ ਹੈਗਾ, ਪਰਿਵਾਰ ਵੀ ਪਾਸੇ ਆ, ਪਿੰਡ ਵੀ ਪਾਸੇ ਆ, ਸਮਾਜ ਵੀ ਆਖਰੀ ਪਾਇਦਾਨ ਤੇ ਆ, ਠੀਕ ਹੈ, ਤੇ ਮੂਹਰੇ ਕੌਣ ਰੱਖੇ ਹੋਏ ਆ, ਪਾਰਟੀਆਂ। ਤਾਂ ਇਹ ਜਿਹੜੀਆਂ ਚਾਪਲੂਸੀ ਵਾਲਾ ਸਿਸਟਮ ਹੈ, ਚਾਪਲੂਸ ਬੰਦੇ ਪਿੰਡਾਂ ਦੇ ਸਰਪੰਚ ਬਣਦੇ ਆ, ਠੀਕ ਹੈ, ਤੇ ਇਹਨਾਂ ਚਾਪਲੂਸਾਂ ਕਰਕੇ ਬੇੜਾ ਗਰਕ ਹੋਇਆ। ਤਾਂ ਫਿਰ ਜੇਕਰ ਆਪਾਂ ਇੱਥੇ ਗੱਲ ਕਰੀਏ ਸ਼ੁਰੂਆਤ ਦੀ, ਤਾਂ ਦਬੜੀ ਖਾਨਾ ਸਾਹਿਬ, ਫਿਰ ਜੇਕਰ ਅਸੀਂ ਵਾਕਿਆ ਦੇ ਵਿੱਚ ਕਿਸਾਨੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਹੈਗੇ ਆ ਉਹ ਬੜੇ ਹੈਗੇ ਆ, ਜਾਂ ਸੂਝਵਾਨ ਲੋਕ ਜਿਹੜੇ ਹੈਗੇ ਕਿਸਾਨੀ ਦੇ ਵਿੱਚ ਬੜੇ ਹੈਗੇ ਆ, ਹੈ ਨਾ, ਮਤਲਬ ਜੇ ਚਾਹੁੰਦੇ ਆ ਵਾਕਿਆ ਦੇ ਵਿੱਚ ਅਸੀਂ ਇਸ ਚੀਜ਼ ਨੂੰ ਖਤਮ ਕਰਨਾ, ਇਸ ਚੀਜ਼ ਨੂੰ ਬਚਾਉਣਾ, ਹਾਂ ਠੀਕ ਆ ਕੋਈ, ਕਿਉਂਕਿ ਜੇਕਰ ਸ਼ਾਇਦ ਉਹ 76,500 ਨੂੰ ਪੈਲੀ ਜਿਹੜੀ ਆ ਠੇਕੇ ਤੇ ਗਈ, ਜੇ ਉਹ 70,000 ਨੂੰ ਜਾਂਦੀ ਤਾਂ 6,000 ਹਾਲਾਂਕਿ ਉਹਨੂੰ ਘੱਟ ਮਿਲ ਜਾਂਦਾ, ਪਰ ਸ਼ਾਇਦ ਉਹ ਜ਼ਹਿਰਾਂ ਘੱਟ ਪਾਉਂਦਾ, ਤਾਂ ਸ਼ਾਇਦ ਜਿੱਦਾਂ ਇਨਸਾਨੀਅਤ ਦਾ ਘਾਣ ਹੋਣਾ ਸੀ ਉਹ ਚੀਜ਼ਾਂ ਸ਼ਾਇਦ ਘੱਟ ਹੁੰਦੀਆਂ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਜਿਹੜਾ ਰੇਟ ਆ ਉਹ ਤਾਂ ਤੈਅ ਹੋਣਾ ਚਾਹੀਦਾ, ਵੀ ਰੇਟ ਜਿਹਦੇ 'ਚ ਉਹਨੂੰ ਵੀ ਨਾ ਵੱਧ ਲੱਗੇ ਤੇ ਦੂਜੇ ਨੂੰ ਵੀ ਨਾ ਘੱਟ ਲੱਗੇ? ਦੇਖੋ ਇਹ ਜਿਹੜੀ ਗੱਲ ਹੈਗੀ ਆ, ਰੇਟ ਤੈਅ ਹੋਣਾ ਚਾਹੀਦਾ। 55,000 ਰੁਪਏ ਤੋਂ ਜ਼ਿਆਦਾ ਠੇਕਾ ਹੋਣਾ ਹੀ ਨਹੀਂ ਚਾਹੀਦਾ ਭਾਰੀਆਂ ਜ਼ਮੀਨਾਂ ਦਾ, ਠੀਕ ਹੈ। ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਉਹ 50,000 48,000 ਤੱਕ ਉਹਨਾਂ ਦਾ ਠੇਕਾ ਹੋਣਾ ਚਾਹੀਦਾ, ਠੀਕ ਹੈ। ਜਿਹੜਾ ਠੇਕੇ ਤੇ ਲੈ ਰਿਹਾ ਉਹਨੂੰ ਕੁਝ ਤਾਂ ਬਚੇ, ਉਹਨੇ ਬੱਚੇ ਵੀ ਪਾਲਣੇ ਆਪਦੇ। ਜਿਹੜਾ ਠੇਕੇ ਤੇ ਦੇ ਰਿਹਾ ਉਹ ਖੇਤੀ ਛੱਡ ਚੁੱਕਿਆ, ਠੀਕ ਹੈ। ਉਹਨੇ ਖੇਤੀ ਇਸੇ ਲਈ ਹੀ ਛੱਡੀ ਆ ਕਿ ਵੀ ਜੇ ਖੇਤੀ ਕਰਦੇ ਆ ਤਾਂ ਪੈਸੇ ਘੱਟ ਬਚਦੇ ਆ, ਮਿਹਨਤ ਵੱਧ ਲੱਗਦੀ ਆ, ਖੱਜਲ ਵੱਧ ਹੋਣਾ ਪੈਂਦਾ, ਕੱਢਣ ਪਾਉਣ ਨੂੰ ਕੁਝ ਹੈ ਨਹੀਂ, ਠੀਕ ਹੈ। ਤਾਂ ਉਹ ਤਾਂ ਦੁਖੀ ਹੋ ਕੇ ਖੇਤੀ ਠੇਕੇ ਤੇ ਦੇ ਰਿਹਾ, ਤੇ ਉਹਨੂੰ ਫਿਰ ਬਈ ਦੂਜੇ ਨੂੰ ਦੁਖੀ ਕਰਨ ਦਾ ਕੀ ਅਧਿਕਾਰ ਆ, ਠੀਕ ਹੈ। ਤਾਂ ਜਦੋਂ ਉਹ ਖੇਤੀ ਛੱਡ ਹੀ ਚੁੱਕਿਆ ਤਾਂ ਰੇਟ 48 ਤੋਂ 55,000 ਰੁਪਏ ਦੇ ਵਿੱਚ ਹੋਣਾ ਚਾਹੀਦਾ। ਜੇ ਕਹਾਂ ਤਾਂ 45 ਤੋਂ 55,000। ਜੇ ਚੰਗੀ ਜ਼ਮੀਨ ਦੀ ਗੱਲ ਕਰੀਏ ਵੱਧ ਤੋਂ ਵੱਧ 55, ਹਾਂ। ਜੇ ਮਾੜੀ ਜ਼ਮੀਨ ਥੋੜੀ ਬਹੁਤੀ ਹੈ ਜਿਹੜੀ 45, ਹਾਂ, ਜਿਹਦੇ ਵਿੱਚ ਦੋਨਾਂ ਨੂੰ ਹੀ ਮਤਲਬ ਮੁਨਾਫਾ ਦੋਨਾਂ ਨੂੰ ਸਹੀ, ਬਿਲਕੁਲ ਦੋਨਾਂ ਨੂੰ ਉਹਦੇ 'ਚ ਫਾਇਦਾ, ਠੀਕ ਹੈ। ਹੁਣ ਜਿਹੜਾ ਬੰਦਾ 70 ਕਿੱਲੇ ਪੈਲੀ ਠੇਕੇ ਤੇ ਦੇ ਰਿਹਾ, ਠੀਕ ਹੈ, ਤਾਂ ਜੇ ਉਹ 70 ਕਿੱਲੇ ਆਪ ਕਰਦਾ, ਠੀਕ ਹੈ, ਤਾਂ ਉਹਦਾ 1 ਕਿੱਲੇ ਦਾ 30,000 ਖਰਚਾ ਲਾ ਲਿਆ, ਤਾਂ 70 ਕਿੱਲਿਆਂ ਦਾ ਕਿੰਨਾ ਹੋ ਗਿਆ, ਠੀਕ ਹੈ। ਕਿੰਨੇ ਪੈਸੇ ਬਣਦੇ ਆ ਇਹ? 21 ਲੱਖ ਦੇ ਆਸੇ-ਪਾਸੇ ਬਣੂਗਾ। 21 ਲੱਖ ਉਹਨੇ ਇਨਵੈਸਟ ਕਰਨਾ ਸੀ ਤੇ 70 ਲੱਖ ਉਹਦੇ ਪੱਲੇ ਪੈਣਾ ਸੀ, ਠੀਕ ਹੈ। ਤਾਂ 21 ਲੱਖ ਲਾ ਕੇ 70 ਉਹਦੇ ਪੱਲੇ ਪੈਣਾ ਸੀ ਜੇ ਉਹ ਆਪ ਖੇਤੀ ਕਰਦਾ। ਹੁਣ ਉਹਦੀ 21 ਲੱਖ ਦੀ ਇਨਵੈਸਟਮੈਂਟ ਤਾਂ ਹੈ ਨਹੀਂ, ਠੀਕ ਹੈ, ਤੇ ਹੁਣ ਪੱਲੇ ਹੀ ਪੈਣਾ ਇਕੱਲਾ। ਤਾਂ ਉਹਨੂੰ ਫਿਰ ਜਾਂ ਤਾਂ ਉਹ ਖੇਤੀ ਕਰ ਲੇ ਤੇ ਜਾਂ ਅਗਲੇ ਨੂੰ ਖੇਤੀ ਕਰਨ ਜੋਗਾ ਛੱਡੇ। 55 60 ਦੇ ਵਿਚਾਲੇ, 45 ਤੋਂ 55 ਦੇ ਵਿਚਾਲੇ ਜ਼ਮੀਨ ਦਾ ਠੇਕਾ ਹੋਣਾ ਚਾਹੀਦਾ, ਠੀਕ ਹੈ। ਇੱਥੇ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ, ਅੱਜ ਪੰਜਾਬ ਦਾ ਕਿਸਾਨ ਦਿੱਲੀ ਬਾਰਡਰ ਤੇ, ਦਿੱਲੀ ਦੇ ਬਾਰਡਰ ਮੱਲੀ ਬੈਠਾ। ਮਸਲਾ ਕੀ ਆ? ਜ਼ਮੀਨ ਬਚਾਉਣੀ ਆ, ਠੀਕ ਹੈ। ਕੀ ਤੋਂ ਬਚਾਉਣੀ ਆ? ਅਖੇ ਮਲਟੀਨੈਸ਼ਨਲਸ ਤੋਂ, ਕਾਰਪੋਰੇਟਸ ਤੋਂ, ਮੋਦੀ ਸਾਹਿਬ ਤੋਂ, ਠੀਕ ਹੈ। ਮੋਦੀ ਤੋਂ ਜ਼ਮੀਨ ਬਚਾਉਣੀ ਹੈ। ਮੈਂ ਪੁੱਛਦਾ ਵੀ ਮੋਦੀ ਤੋਂ ਤਾਂ ਹੋ ਸਕਦਾ ਜ਼ਮੀਨ ਬਚ ਜੇ, ਆਪਾਂ ਅੰਦੋਲਨ ਜਿੱਤ ਲਈਏ, ਹੋ ਸਕਦਾ ਮੋਦੀ ਤੋਂ ਜ਼ਮੀਨ ਬਚ ਜੇ, ਪਰ ਸਾਥੋਂ ਕੌਣ ਬਚਾਊ? ਜਿਹੜੇ ਲੋਕ ਜ਼ਮੀਨ ਠੇਕੇ ਤੇ ਦੇ ਬੈਠੇ ਉਹ ਤਾਂ ਪਹਿਲਾਂ ਹੀ ਖੇਤੀ ਛੱਡੀ ਬੈਠੇ ਆ, ਠੀਕ ਹੈ। ਤੇ ਬਾਕੀ ਪੂਰਾ ਹੀ ਪੰਜਾਬ ਉਡਾਰੀ ਮਾਰਨ ਵਾਸਤੇ ਤਿਆਰ ਬੈਠਾ, ਠੀਕ ਹੈ। ਤਾਂ ਜ਼ਮੀਨ ਤਾਂ ਤੁਸੀਂ ਪਹਿਲਾਂ ਹੀ ਛੱਡੀ ਬੈਠੇ ਆ, ਤੇ ਫਿਰ ਇਸੇ ਜਿਹੜੀ ਬਚੀ ਖੁਚੀ ਤੁਹਾਡੇ ਕੋਲੇ ਜ਼ਮੀਨ ਆ ਉਹਦਾ ਸੱਤਿਆਨਾਸ਼ ਕਰੀ ਜਾਂਦੇ ਹੋ, ਜ਼ਹਿਰਾਂ ਪਾ ਕੇ। ਪਹਿਲਾਂ ਵਧਾ ਕੇ ਠੇਕੇ ਤੇ ਲੈਂਦੇ ਆ, ਫਿਰ ਅੰਨ੍ਹੇਵਾਹ ਜ਼ਹਿਰਾਂ ਪਾਉਣੇ ਆ, ਤੇ ਫਿਰ ਮੋਦੀ ਤੋਂ ਜ਼ਮੀਨ ਜੇ ਬਚ ਵੀ ਗਈ ਤੇ ਆਪਣੇ ਤੋਂ ਕਿਵੇਂ ਬਚੂ? ਸਵਾਲ ਇਹ ਵੀ ਆ। ਅੱਛਾ, ਇੱਕ ਚੀਜ਼ ਹੋਰ ਆ, ਫਿਰ ਜੇ ਆਈਂ ਦੌਰ ਚੱਲਦਾ ਰਿਹਾ, ਧਿਆਨ ਜਿਹੜਾ ਕਿਸੇ ਨੇ ਨਹੀਂ ਦੇਣਾ, ਕਿਉਂਕਿ ਜਦੋਂ ਤੋਂ 45-50 ਹਜ਼ਾਰ ਨੂੰ ਹੋਈ ਆ, 55 ਹੁੰਦੀ ਆ, 60 ਹੁੰਦੀ ਆ, ਧਿਆਨ ਉਤੋਂ ਨਹੀਂ ਦਿੱਤਾ। ਅੱਜ 76,500 ਹੋ ਗਈ, ਧਿਆਨ ਕਿਸੇ ਨੇ ਨਹੀਂ ਦੇਣਾ। ਕੱਲ੍ਹ ਨੂੰ 80 ਹੋ ਜੂ, ਧਿਆਨ ਕਿਸੇ ਨੇ ਨਹੀਂ ਦੇਣਾ। ਤਾਂ ਫਿਰ ਦਬੜੀ ਖਾਨਾ ਸਾਹਿਬ, ਜਿਵੇਂ ਅਸੀਂ ਦੱਸਿਆ ਕਿ ਲੱਖ ਸਵਾ ਲੱਖ ਦੀ ਹੀ ਫਸਲ ਜਿਹੜੀ ਆ ਨਿਕਲਦੀ ਆ, ਕੋਈ ਇਹ ਤਾਂ ਹੈ ਨਹੀਂ ਕੱਲ੍ਹ ਨੂੰ ਕੋਈ ਇਹੋ ਜਿਹਾ ਬੀਜ ਆ ਜੋ ਜਿਹੜਾ ਭਾਈ 2 ਲੱਖ ਦੀ ਫਸਲ ਕੱਢ ਦੋ। ਪੂਰੀ ਫਸਲ 1 ਲੱਖ ਰੁਪਏ ਤੋਂ ਲੈ ਕੇ 1-10 ਤੱਕ, 1-10 ਤੱਕ, ਸਵਾ ਲੱਖ ਨਿਕਲਦੀ ਹੋਵੇ ਫਿਰ ਠੇਕੇ ਤੇ ਲੈ ਕੇ ਕਰ ਸਕਦਾ ਬੰਦਾ। ਨਹੀਂ, ਪਰ ਫਿਰ ਇੱਕ ਚੀਜ਼ ਆ, ਫਿਰ ਜੇ ਇਹ 80,000 90,000 ਤੱਕ ਪਹੁੰਚ ਗਿਆ, ਫਿਰ ਇੰਨੀਆਂ ਮਹਿੰਗੀਆਂ ਲੈ ਕੇ ਮੈਨੂੰ ਐਂ ਦੱਸਿਓ, ਫਿਰ ਬਾਅਦ ਦੇ ਵਿੱਚ ਹੋ ਜਾਂਦਾ ਕਿ ਭਾਈ ਇਹਦੇ ਸਿਰ ਇੰਨਾ ਕਰਜ਼ਾ ਚੜ੍ਹ ਗਿਆ। ਫਿਰ ਸੁਭਾਵਿਕ ਤੌਰ ਤੇ ਇਹੀ ਚੀਜ਼ ਆ ਕਿ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਇੰਨੀ ਮਹਿੰਗੀ ਪੈਲੀ ਜਿਹੜੀ ਹੈਗੀ ਆ ਲੈ ਲੈਂਦੇ ਹਾਂ, 10 ਕਿੱਲੇ 15 ਕਿੱਲੇ, ਉਸ ਤੋਂ ਬਾਅਦ ਉਹਦਾ ਪੈਸੇ ਉਤਾਰਨ ਦੇ ਲਈ ਸ਼ਾਇਦ ਸਾਨੂੰ ਜਿਹੜੀਆਂ ਨੇ ਉਦੋਂ ਬਾਅਦ ਦੇ ਕਈ 5-4 ਸਾਲ ਲੱਗ ਜਾਂਦੇ। ਇਹ ਗੱਲ ਸਹੀ ਆ। ਜਦੋਂ ਬੰਦਾ
ਵੱਧ ਕੇ ਠੇਕੇ ਤੇ ਜ਼ਮੀਨ ਲੈਂਦਾ ਉਹ ਫਸਲ ਵੀ ਅਗੇਤੀ ਬੀਜਣ ਦੇ ਚੱਕਰ 'ਚ ਪੈਂਦਾ। ਇੱਕ ਵਾਰ ਸਾਡੇ ਪਿੰਡ ਦਾ ਇੱਕ ਕਿਸਾਨ ਪਰਿਵਾਰ ਆ, ਉਹ 100 ਕਿੱਲਾ ਲੈ ਕੇ ਠੇਕੇ ਤੇ ਪੈਲੀ ਵਾਹੁੰਦੇ ਆ। ਤਾਂ ਜਿਹਨੇ 100 ਕਿੱਲਾ ਠੇਕੇ ਤੇ ਲੈ ਕੇ ਪੈਲੀ ਵਾਹੀ ਤਾਂ ਉਹਨੂੰ ਕਿੰਨੇ ਪੈਸੇ ਬਣ ਜਾਣਗੇ? 10,000 ਦੇ ਹਿਸਾਬ ਨਾਲ 10 ਲੱਖ ਬਣੂ। ਠੀਕ ਹੈ, ਤਾਂ ਉਹ ਇਸ ਤਰ੍ਹਾਂ ਗੇਮ ਲਾ ਕੇ ਚੱਲਦੇ ਆ, ਉਹ ਵੀ ਸੋਚ ਕੇ ਚੱਲਦੇ ਆ ਵੀ 10,000 ਦੇ ਹਿਸਾਬ ਨਾਲ 100 ਕਿੱਲੇ ਦਾ 10 ਲੱਖ ਸਾਲ ਦਾ ਆਪਾਂ ਨੂੰ ਆਊਗਾ। ਠੀਕ ਹੈ, ਕੁਛ ਉਹਨਾਂ ਦੀ ਆਪਦੀ ਵੀ ਹੁੰਦੀ ਆ ਥੋੜ੍ਹੀ ਬਹੁਤੀ। ਤਾਂ ਇਹ 10 ਲੱਖ ਤਾਂ ਹੀ ਆਉਣਾ ਜੇ ਪਰਮਾਤਮਾ ਮਿਹਰਬਾਨ ਆ, ਮੌਸਮ ਦਾ ਮਿਜਾਜ ਠੀਕ ਆ, ਪੈਲੀ ਚੰਗੀ ਆ। ਪਰ ਠੇਕੇ ਤੇ ਵੱਧ ਕੇ ਲਈ ਹੋਈ ਆ ਤਾਂ ਉਹ ਕੀ ਕਰਨਗੇ ਫਿਰ? ਛੇਤੀ ਅਗੇਤੀ ਬੀਜੋ। ਇੱਕ ਵਾਰੀ ਉਸ ਪਰਿਵਾਰ ਨੇ ਲੈ ਕੇ ਠੇਕੇ ਤੇ ਜ਼ਮੀਨ ਤੇ ਬੜੀ ਅਗੇਤੀ ਬੀਜਤੀ ਤੇ ਉਹਨਾਂ ਦੀ ਕਣਕ ਰਹੇਗੀ 40 ਮਣ ਦੀ। ਉਹ ਗਰਮੀ 'ਚ ਆ ਗਈ ਤੇ ਉਹਨਾਂ ਦੇ ਸਿਰ ਕਿੰਨੇ ਪੈਸੇ ਟੁੱਟੇ ਹੋਣੇ ਆ? ਪੱਲਿਓਂ ਜਾਣ ਵਾਲੀ ਗੱਲ ਹੋ ਗਈ। ਠੀਕ ਹੈ, ਤਾਂ ਉਹਦਾ ਫਿਰ ਨਤੀਜਾ ਕਿਸੇ ਨਾ ਕਿਸੇ ਮਾਨਸਿਕ ਜਾਂ ਸਰੀਰਕ ਪ੍ਰੋਬਲਮ ਦੇ ਰੂਪ 'ਚ ਭੁਗਤਣਾ ਪੈਂਦਾ। ਠੀਕ ਹੈ, ਤੁਹਾਨੂੰ ਹਸਪੀਟਲਾਈਜ਼ ਹੋਣਾ ਪਊਗਾ, ਤਾਂ ਉਧਰ ਵੀ 5-7 ਲੱਖ ਲੱਗ ਜੂ। ਠੀਕ ਹੈ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਅਖੀਰ ਦੇ ਵਿੱਚ ਜਦੋਂ ਕਰਜ਼ੇ ਦੀ ਜਿਹੜੀ ਕਲਮ ਹੈ ਉਹ ਤਾਂ ਵੱਧ ਕੇ ਲਿਖੀ ਜਾਂਦੀ ਹੈ ਨਾ ਹਰ ਸਾਲ, ਉਹ ਥੱਲੇ ਤਾਂ ਆਉਂਦਾ ਨਹੀਂ। ਤਾਂ ਉਹ ਜਦੋਂ ਕਰਜ਼ੇ ਵਾਲੀ ਪੰਡ ਭਾਰੀ ਹੁੰਦੀ ਬਹੁਤ ਹੀ ਜ਼ਿਆਦਾ ਭਾਰੀ ਹੋ ਜਾਂਦੀ ਹੈ, ਬੰਦਾ ਫਾਹਾ ਲੈ ਜਾਂਦਾ। ਠੀਕ ਹੈ, ਤਾਂ ਪੰਜਾਬ ਦੇ ਵਿੱਚ 2 ਤੋਂ 4 ਕਿਸਾਨ ਰੋਜ਼ ਆਤਮ ਹੱਤਿਆ ਕਰਦੇ ਆ ਤੇ ਉਹਦੇ ਵਿੱਚ ਠੇਕੇ ਵਾਲਾ ਫੈਕਟਰ ਵੀ ਕਿਤੇ ਨਾ ਕਿਤੇ ਮੈਟਰ ਕਰਦਾ। ਠੀਕ ਹੈ, ਤਾਂ ਇਸ ਕਰਕੇ ਇਹ ਜਿਹੜਾ ਹੈਗਾ ਅੰਨ੍ਹੇਵਾਹ ਵਧਾ ਚੜਾ ਕੇ ਜ਼ਮੀਨਾਂ ਠੇਕੇ ਤੇ ਲੈਣੀਆਂ ਕੋਈ ਸਿਆਣਪ ਵਾਲੀ ਗੱਲ ਨਹੀਂ, ਇਹ ਬਿਲਕੁਲ ਮੂਰਖਤਾਪੂਰਨ ਗੱਲ ਆ। ਤੇ ਜੇ ਅਸੀਂ ਚਾਹੁੰਦੇ ਆ ਕਿ ਪੰਜਾਬ ਵਸਦਾ ਰਹੇ, ਜੇ ਸਾਰੇ ਰੋਟੀ ਖਾਂਦੇ ਰਹਿਣ, ਠੀਕ ਹੈ, ਤਾਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਬਾਰੇ ਸੋਚਣਾ ਪਏਗਾ। ਤੇ ਅਸੀਂ ਤਾਂ ਉਸੇ ਫਲਸਫੇ ਦੇ ਲੋਕ ਆ ਜਿਹੜਾ ਸਰਬੱਤ ਬਾਰੇ ਸੋਚਣ ਦੀ ਗੱਲ ਕਹਿੰਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਅਸੀਂ ਇੱਕ ਦੂਜੇ ਦਾ ਹੀ ਭਲਾ ਨਹੀਂ ਸੋਚਦੇ ਪਏ ਤੇ ਬਾਕੀ 84 ਲੱਖ ਜੂਨਾਂ ਦਾ ਕਿਹਨੇ ਸੋਚਣਾ? ਜੀ, ਦਬੜੀ ਖਾਨਾ ਸਾਹਿਬ, ਆਖਰੀ ਸੁਨੇਹਾ ਜਿਹੜਾ ਹੈਗਾ ਕੀ ਰਹੇਗਾ? ਬਸ ਆਖਰੀ ਸੁਨੇਹਾ ਇਹੀ ਹੈ ਕਿ ਵੀ ਕਿਸਾਨ ਭਰਾਓ, ਪੰਜਾਬ ਦੇ ਹਾਲਾਤ ਆ ਜਿਹੜੇ ਉਹ ਦਿਨੋਂ ਦਿਨ ਵੱਧ ਤੋਂ ਵੱਧਤਰ ਹੁੰਦੇ ਜਾ ਰਹੇ ਆ। ਆਰਥਿਕ ਪੱਖੋਂ ਵੀ, ਸਿਹਤ ਪੱਖੋਂ ਵੀ, ਸਮਾਜ ਪੱਖੋਂ ਵੀ ਤੇ ਵਾਤਾਵਰਨ ਪੱਖੋਂ ਵੀ। ਤੇ ਇਹਦੇ ਵਿੱਚ ਅਸੀਂ ਸਾਰੇ ਬਰਾਬਰ ਦੇ ਭਾਗੀਦਾਰ ਆ। ਠੀਕ ਹੈ, ਵਜ੍ਹਾ ਇਹ ਆ ਕਿ ਅਸੀਂ ਖੇਤੀ ਕਰਦੇ ਤਾਂ ਹੈਗੇ, ਖੇਤੀ ਸਾਨੂੰ ਆਉਂਦੀ ਹੈ ਨਹੀਂ। ਜੇ ਤੁਸੀਂ ਕਾਮਯਾਬ ਖੇਤੀ ਕਰਨੀ ਚਾਹੁੰਦੇ ਹੋ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਖੇਤੀ ਦੀ ਫਿਲਾਸਫੀ, ਖੇਤੀ ਦੇ ਸਿਧਾਂਤ, ਖੇਤੀ ਦੀ ਸਾਇੰਸ ਤੇ ਖੇਤੀ ਦੀ ਤਕਨੀਕ ਜਿਹੜੀ ਕਿਸਾਨ, ਕੁਦਰਤ ਤੇ ਸਮਾਜ ਪੱਖੀ ਆ, ਉਹਦੇ ਜਾਣੂ ਹੋਵੇ ਡੂੰਘਾਈ ਨਾਲ। ਠੀਕ ਹੈ, ਉਹਦੀ ਨੌਲੇਜ ਹਾਸਲ ਕਰੋ। ਠੀਕ ਹੈ, ਉਸ ਨੌਲੇਜ ਦੇ ਆਧਾਰ 'ਤੇ ਆਪਣੀ ਖੇਤੀ ਕਰੋ, ਤੁਹਾਡੇ ਖੇਤੀ ਖਰਚੇ ਥੱਲੇ ਆਉਣਗੇ। ਠੀਕ ਹੈ, ਜਿਹੜੇ ਕਿਸਾਨ ਮੇਰੇ ਨਾਲ ਜੁੜੇ ਆ ਉਹਨਾਂ ਦੇ ਖੇਤੀ ਖਰਚੇ ਥੱਲੇ ਆਉਂਦੇ ਆ 3 ਤੋਂ 4,000 ਰੁਪਈਆ ਪ੍ਰਤੀ ਏਕੜ ਇੱਕ ਸੀਜ਼ਨ ਦਾ, ਤਾਂ ਮਤਲਬ 7-8 ਹਜ਼ਾਰ ਰੁਪਈਆ ਬਚਦਾ। ਤਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਮੇਰੀਆਂ ਗੱਲਾਂ ਨੂੰ ਸੁਣਿਆ, ਸਮਝਿਆ, ਸਮਝਣ ਤੋਂ ਬਾਅਦ ਉਹਨਾਂ 'ਤੇ ਗੌਰ ਕੀਤਾ, ਅਮਲ ਕੀਤਾ ਤੇ ਉਹਨਾਂ ਦੀ ਬਚਤ ਹੋਣੀ ਸ਼ੁਰੂ ਹੋ ਗਈ। ਠੀਕ ਹੈ, ਇੱਕ ਤਾਂ ਇਹ ਕੰਮ ਕਰਨਾ ਪੈਣਾ। ਦੂਜਾ ਜਿਹੜਾ ਹੈਗਾ ਨਾ, ਅਸੀਂ ਗੁਰੂ ਵਾਲੇ ਲੋਕ ਆ, ਚਾਹੇ ਤੁਸੀਂ ਸਾਬਤ ਸੂਰ ਤੋਂ, ਚਾਹੇ ਤੁਸੀਂ ਘੋਨੇ ਮੋਨੇ ਹੋ ਜਾਂ ਮੇਰੇ ਵਰਗੇ ਹੋ। ਆਪਾਂ ਨੂੰ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਉਹਨੂੰ ਕਿਤੇ ਨਾ ਕਿਤੇ ਤਾਂ ਧਾਰਨ ਕਰ ਲੈਣਾ ਚਾਹੀਦਾ। ਠੀਕ ਹੈ ਨਾ, ਤਾਂ ਆਪਾਂ ਗੁਰੂ ਵਾਲੇ ਲੋਕ ਆ, ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਆਪਾਂ ਇੱਕ ਦੂਜੇ ਦੇ ਨਾਲ ਅੱਗੇ ਵਧੀਏ, ਇੱਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਨਾ ਵਧੀਏ। ਠੀਕ ਹੈ, ਤਾਂ ਇਸੇ ਸਿਸਟਮ ਦੇ ਵਿੱਚੋਂ ਹੀ ਆ ਠਿੱਬੀ ਲੱਗਦੀ ਆੜ ਫਸ ਵਾਲੇ ਸਿਸਟਮ 'ਚੋਂ, ਤਾਂ ਇਸੇ ਆੜ ਫਸ ਵਾਲੇ ਸਿਸਟਮ 'ਚੋਂ ਠੇਕੇ ਵੱਧਦੇ ਆ। ਤੇ ਇਹ ਆੜ ਫਸ ਤਿਆਗੋ, ਸਬਰ, ਸੰਤੋਖ ਤੇ ਦਇਆ ਵਾਲਾ ਜਿਹੜਾ ਸੂਤਰ ਹੈ ਗੁਰਬਾਣੀ ਦਾ, ਉਹਨੂੰ ਧਾਰਨ ਕਰ ਲਓ। ਦਬੜੀ ਖਾਨਾ ਸਾਹਿਬ, ਤੁਸੀਂ ਕੀਮਤੀ ਸਮੇਂ 'ਚ ਸਮਾਂ ਦਿੱਤਾ, ਖਾਸ ਕਰ ਸਾਡੇ ਅੱਜ ਨਿੱਕੇ ਜਿਹੇ ਸੱਦੇ ਤੇ ਤੁਸੀਂ ਅੱਜ ਸਾਡੇ ਕੋਲੇ ਪਹੁੰਚੋ ਤੇ ਬੜੀ ਵਧੀਆ ਜਿਹੜਾ ਵਿਸ਼ਾ ਮੌਜੂਦਾ ਸਮੇਂ ਦੇ ਵਿੱਚ ਬੜਾ ਚਰਚਿਤ ਆ, ਬਹੁਤ ਚਰਚਿਤ ਆ, ਉਹ 'ਤੇ ਜਿਹੜੀ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਸ਼ੁਕਰੀਆ ਜੀ, ਇੰਨੀ ਗੰਭੀਰ ਗੱਲਬਾਤ ਲਈ ਤੁਸੀਂ ਮੈਨੂੰ ਯਾਦ ਕੀਤਾ, ਉਹ ਵੀ ਰਾਤ ਨੂੰ 10 ਵਜੇ। ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਦਬੜੀ ਖਾਨਾ ਸੀ। ਜਦੋਂ ਕੱਲ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ, ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਜ਼ਮੀਨਾਂ ਠੇਕੇ 'ਤੇ ਲੈਣ ਦਾ
ਰੁਝਾਨ ਜਿਹੜਾ ਆ ਚੱਲ ਪਿਆ ਜਾਂ ਮੈਂ ਕਹਿ ਲਾਂ ਜ਼ਮੀਨਾਂ ਠੇਕੇ ਤੇ ਚੜ੍ਹਨੀਆਂ ਸ਼ੁਰੂ ਹੋ ਗਈਆਂ ਨੇ। ਅਸੀਂ ਆਖ ਦਿੰਦੇ ਹਾਂ ਕਿ ਮਿੱਟੀ ਦੇ ਨਾਲ ਮਿੱਟੀ ਹੋ ਕੇ ਕਿਸਾਨ ਕਮਾਉਂਦਾ ਆ, ਤਾਂ ਫਿਰ ਮਿੱਟੀ ਦੇ ਨਾਲ ਮਿੱਟੀ ਹੋ ਕੇ ਜਿਹੜੀ ਸਾਡੀ ਕਮਾਈ ਹੁੰਦੀ ਆ ਕਿ ਅਸੀਂ ਉਹਨੂੰ ਆਪਣੀ ਈਗੋ ਦੇ ਵਿੱਚ ਐਵੇਂ ਹੀ ਸੁੱਟ ਦੇਣਾ ਚਾਹੁੰਦੇ ਆ ਕਿ ਬਾਅਦ ਦੇ ਵਿੱਚ ਸਾਨੂੰ ਆਪਣਾ ਕੱਲ੍ਹ ਨਹੀਂ ਦਿਸਦਾ ਕਿ ਸਾਡਾ ਕੱਲ੍ਹ ਕੀ ਹੋਵੇਗਾ। ਜਿੱਦਾਂ ਬਾਈ ਜੀ ਨੇ ਦੱਸਿਆ ਕਿ ਜੇਕਰ ਜ਼ੋਰ ਮਾਰ ਲਗੇ, ਅਸੀਂ ਆਖ ਦਿੰਦੇ ਨੇ ਕਿ ਯਾਰ ਝੋਟੇ ਦੇ ਸਿਰ ਵਰਗੀ ਪੈਲੀ ਆ, ਤਾਂ ਬਾਈ ਜੀ ਕਹਿੰਦੇ ਜੇ ਝੋਟੇ ਦੇ ਸਿਰ ਵਰਗੀ ਪੈਲੀ ਆ ਤਾਂ ਵੀ ਬਾਈ ਜ਼ੋਰ ਲਾ ਕੇ 1,10,000 ਰੁਪਏ ਤੱਕ ਦੀ ਫਸਲ ਕੱਢ ਸਕਦਾ। ਤੇ ਜਿਹਨੇ 76,000 77,000 74,000 ਤੱਕ ਜਿਹੜੀ ਹੈਗੀ ਆ ਪੈਲੀ ਠੇਕੇ ਤੇ ਲੈ ਲਈ ਤਾਂ ਉਹ ਸਾਲ ਦੀ ਫਸਲ ਇੰਨੀ ਕੱਢੂ ਤਾਂ ਉਹਨੂੰ ਬਚਤ ਕੀ ਹੋਣੀ ਆ। ਤੇ ਉਸ ਤੋਂ ਬਾਅਦ ਖਰਚੇ ਜਿਹੜੇ ਆ ਵੱਡੇ ਟਰੈਕਟਰਾਂ ਦੇ ਖਰਚੇ ਨੇ, ਵੱਡੇ ਸੰਦਾਂ ਦੇ ਖਰਚੇ ਨੇ, ਰੇਹਾਂ ਸਪਰੇਹਾਂ ਦੇ ਖਰਚੇ ਨੇ, ਤੇ ਜੇਕਰ ਕਿਸੇ ਤਰ੍ਹਾਂ ਦੀ ਕਰੋਪੀ ਆਉਂਦੀ ਆ ਤਾਂ ਉਸ ਦੇ ਜਿਹੜੇ ਹੈਗੇ ਖਰਚੇ ਨੇ। ਪਰ ਇਸ ਚੀਜ਼ ਤੇ ਜਿਹੜਾ ਸੁਧਾਰ ਸਾਨੂੰ ਖੁਦ ਨੂੰ ਕਰਨਾ ਪੈਣਾ ਆ। ਸੁਧਾਰ ਚਾਹੇ ਪਿੰਡ ਪੱਧਰ ਤੋਂ ਕਰਨਾ ਪੈਣਾ ਆ, ਚਾਹੇ ਸਾਨੂੰ ਆਲੇ ਦੁਆਲੇ ਤੋਂ ਸੁਧਾਰ ਥੋੜ੍ਹਾ ਬਹੁਤ ਕਰਨਾ ਪੈਣਾ ਕਿ ਇੱਕ ਰੇਟ ਜਿਹੜਾ ਉਹ ਤੈਅ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਬਚਤ ਦੋਹਾਂ ਨੂੰ ਓਨੀ ਜ਼ਰੂਰ ਹੋਣੀ ਚਾਹੀਦੀ ਆ। ਤੋ ਬੜਾ ਗੰਭੀਰ ਮਸਲਾ ਸੀ, ਸ਼ਾਇਦ ਬਹੁਤਿਆਂ ਨੂੰ ਇਹ ਮਸਲਾ ਪਸੰਦ ਵੀ ਨਹੀਂ ਆਇਆ ਹੋਣਾ ਕਿ ਬਹੁਤੇ ਸਾਨੂੰ ਸ਼ਾਇਦ ਇਹ ਮਸਲਾ ਸੁਣ ਕੇ ਗਾਲਾਂ ਵੀ ਕੱਢਣਗੇ, ਪਰ ਵਿਚਾਰ ਚਰਚਾ ਕਰਨੀ ਇਸ ਮਸਲੇ ਦੇ ਉੱਪਰ ਲਾਜ਼ਮੀ ਸੀ। ਜੇਕਰ ਅਸੀਂ ਇਨਸਾਨੀਅਤ ਨੂੰ ਪਿਆਰ ਕਰਦੇ ਹਾਂ, ਜੇਕਰ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਪੰਜਾਬੀਅਤ ਨੂੰ ਪਿਆਰ ਕਰਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਹੱਸਦਾ ਵਸਦਾ ਰਹੇ, ਸਾਡੀ ਕਿਸਾਨੀ ਜਿਹੜੀ ਆ ਉਹ ਜਿਉਂਦੀ ਰਹੇ, ਸਾਡੇ ਕਿਸਾਨ ਭਰਾ ਜਿਹੜੇ ਆ ਉਹ ਜਿਉਂਦੇ ਰਹਿਣ। ਤਾਂ ਇਦਾਂ ਦੀਆਂ ਰਿਪੋਰਟਸ ਲੈ ਕੇ, ਇਦਾਂ ਦੀ ਵਿਚਾਰ ਚਰਚਾ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।